ਹੈਲੋ ਐਂਡ ਵੈਲਕਮ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਲੈ ਕੇ ਅਸੀਂ ਹਾਜ਼ਰ ਹਾਂ। ਕੈਨੇਡਾ ਨੂੰ ਲੈ ਕੇ ਕਿਸ ਤਰ੍ਹਾਂ ਦੇ ਰਿਜ਼ਲਟਸ ਆ ਰਹੇ ਨੇ, ਸਟੂਡੈਂਟਸ ਵਿੱਚ ਕਿਸ ਤਰ੍ਹਾਂ ਦੇ ਡਰ ਨੇ, ਕੀ ਰਿਫਿਊਜ਼ਲ ਰੇਟ ਜ਼ਿਆਦਾ ਤਾਂ ਨਹੀਂ ਹੋ ਗਿਆ, ਆਸਟ੍ਰੇਲੀਆ ਦੇ ਕਮਿੰਗ ਇਨਟੇਕ ਲਈ ਕਿਵੇਂ ਸਟੂਡੈਂਟ ਤਿਆਰੀ ਕਰਨ, ਇਹਨਾਂ ਸਾਰੇ ਸਵਾਲਾਂ ਦੇ ਉੱਪਰ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ। ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ SAS ਮੋਹਾਲੀ ਤੋਂ ਵੀਜ਼ਾ ਐਕਸਪਰਟ ਮਿਸਟਰ ਸੁਭਾਸ਼ ਮਹਾਜਨ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਸਭ ਤੋਂ ਜ਼ਿਆਦਾ ਅੱਜ ਕੱਲ੍ਹ ਸਟੂਡੈਂਟਸ ਚਾਹੇ ਕਮਿੰਗ ਇਨਟੇਕ ਦੀ ਗੱਲ ਕਰੀਏ, ਬਹੁਤ ਸਾਰੀਆਂ ਪ੍ਰੋਫਾਈਲਸ ਲੱਗ ਰਹੀਆਂ ਨੇ, ਫਾਈਲਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਪਰ ਸਟੂਡੈਂਟਸ ਦੇ ਮਨ ਵਿੱਚ ਡਰ ਕਿਤੇ ਨਾ ਕਿਤੇ ਰਿਫਿਊਜ਼ਲਸ ਦਾ ਵੀ ਲਗਾਤਾਰ ਹੈ, ਖਾਸ ਤੌਰ ਉਹ ਜਿਨ੍ਹਾਂ ਨੇ ਬਹੁਤ ਪਹਿਲਾਂ ਤੋਂ ਜਿਨ੍ਹਾਂ ਦੀ ਫਾਈਲ ਤੇ ਕੰਮ ਹੁੰਦਾ ਆ ਰਿਹਾ ਹੈ। ਸੋ ਕਿਸ ਤਰੀਕੇ ਆਪਾਂ ਦੇਖ ਸਕਦੇ ਹਾਂ ਰਿਫਿਊਜ਼ਲਸ ਦਾ ਡਰ ਜ਼ਿਆਦਾ ਤਾਂ ਨਹੀਂ ਹੈ, ਕਿਸ ਤਰ੍ਹਾਂ ਦੇ ਰਿਜ਼ਲਟਸ ਨੇ? ਦੇਖੋ, ਐਕਚੁਅਲੀ ਮੈਂ ਜ਼ਿਆਦਾ ਕੁਝ ਪੁਰਾਣੀ ਗੱਲ ਨਹੀਂ ਕਰਦਾ, ਮੈਂ ਕੱਲ ਦੀ ਹੀ ਗੱਲ ਕਰਦਾ। ਜਿਵੇਂ ਸਾਨੂੰ ਸਭ ਨੂੰ ਪਤਾ ਕਿ ਸਾਡਾ ਸੈਮੀਨਾਰ ਸੀ 15 ਅਗਸਤ ਨੂੰ ਵਾਲੇ ਦਿਨ ਯਮੁਨਾ ਨਗਰ ਦੇ ਵਿੱਚ। ਐਕਚੁਅਲੀ ਉੱਥੇ ਨਾ ਮੈਂ ਲੋਕਾਂ ਦੇ ਵਿੱਚ ਇੱਕ ਚੀਜ਼ ਨੋਟ ਕੀਤੀ, ਜਾਂ ਕਹਿ ਲਓ ਕਿ ਜੋ ਤੁਹਾਡੀ ਵਾਲੀ ਗੱਲ ਕਿ ਰਿਫਿਊਜ਼ਲ ਨੂੰ ਲੈ ਕੇ ਬਹੁਤ ਡਰ ਹੈ। ਹੁਣ ਦੇਖੋ, ਐਕਚੁਅਲੀ ਇਹ ਨਹੀਂ ਹੈ ਕਿ ਯਾਰ ਜੇ ਐਮਬੈਸੀ ਇਸ ਟਾਈਮ ਰਿਫਿਊਜ਼ ਕਰ ਰਹੀ ਹੈ ਤੇ ਸਾਡਾ ਵੀ ਰਿਫਿਊਜ਼ ਹੋਊਗਾ। ਸਾਡੇ ਲੋਕਾਂ ਦੀ ਸੋਚ ਪਤਾ ਕੀ ਹੈਗੀ ਹੈ ਕਿ ਜੋ ਹਜੇ ਗੱਲ ਹੋਣੀ ਹੈ ਜਾਂ ਕਿਸੇ ਨਾਲ ਵਾਪਰੀ ਉਹਨੂੰ ਅਸੀਂ ਆਪਣੇ ਆਪ ਦੇ ਉੱਤੇ ਅਮੈਂਡ ਕਰ ਲੈਂਦੇ ਹਾਂ। ਹੁਣ ਐਕਚੁਅਲੀ ਕਾਰਨ ਕੀ ਹੈ, ਇਕੱਲਾ ਅਸੀਂ ਇਹ ਨਾ ਦੇਖੀਏ ਯਾਰ ਕਹਿੰਦੇ ਉਹ ਬੰਦਾ ਹੀ ਨਹੀਂ ਜਿਹੜਾ ਇੱਕ ਪੱਖ ਸੁਣ ਕੇ ਜਵਾਬ ਦੇ, ਬੰਦਾ ਉਹ ਜੋ ਦੋਨੋਂ ਪੱਖ ਸੁਣੇ। ਬਿਲਕੁਲ। ਇਕੱਲਾ ਅਸੀਂ ਐਮਬੈਸੀ ਦਾ ਇਕੱਲਾ ਨੈਗੇਟਿਵ ਪੋਰਸ਼ਨ ਨਾ ਦੇਖੀਏ ਕਿ ਯਾਰ ਐਮਬੈਸੀ ਨੇ 105 ਵਾਲੇ ਨੂੰ ਰਿਫਿਊਜ਼ ਕਰਤਾ, 6.5 ਵਾਲੇ ਨੇ ਰਿਫਿਊਜ਼ ਕਰ ਦਿੱਤਾ। ਐਕਚੁਅਲੀ ਅਸੀਂ ਉਸ ਮੁੱਦੇ ਤੇ ਆਈਏ ਕਿ ਜੇ ਐਮਬੈਸੀ ਨੇ ਰਿਫਿਊਜ਼ ਕੀਤਾ ਹੈ, ਐਕਚੁਅਲੀ ਉਸ ਰਿਫਿਊਜ਼ਨ ਦੇ ਐਕਚੁਅਲੀ ਗਰਾਊਂਡਸ ਕੀ ਸੀ, ਹਾਂ ਰੀਜ਼ਨਸ ਕੀ ਨੇ। ਬਿਲਕੁਲ। ਦੇਖੋ, ਐਮਬੈਸੀ ਦੀ ਬੱਚੀ ਤੇ ਨਹੀਂ ਹੈਗੀ ਜਾਂ ਗਡੋ ਲਈ ਵੇਲੀਏ, ਦੈਟਸ ਦਾ ਹਾਇਰ ਅਥਾਰਟੀਜ਼। ਉਹ ਪਾਰਟਿਕੂਲਰ ਕਿਸੇ ਨੂੰ ਜੇ ਵੀਜ਼ਾ ਦਿੰਦੇ ਆ ਉਹਦਾ ਕੋਈ ਕਾਰਨ ਹੈ, ਜੇ ਕਿਸੇ ਦਾ ਕੋਈ ਰਿਫਿਊਜ਼ ਕਰਦੇ ਆ ਉਹਦਾ ਕੋਈ ਰਿਫਿਊਜ਼ਲ ਦਾ ਗਰਾਊਂਡਸ ਹੈ। ਸੋ ਪ੍ਰੋਪਰ ਅਸੀਂ ਇਹ ਨਾ ਗੱਲਾਂ ਵੇਖੀਏ ਕਿ ਐਮਬੈਸੀ ਨੂੰ ਦੋਸ਼ ਦਿੰਦੇ ਰਹੀਏ ਕਿ ਯਾਰ ਆਪਾਂ ਡਰ ਜਾਾਂਗੇ। ਕਿ ਦੇਖੋ, ਇਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਸਾਰੇ ਬੱਚੇ ਹੀ ਗਵਾਹ ਹੈ ਕਿ ਜਿਨ੍ਹਾਂ ਦਾ ਪਿਛਲੇ ਕੁਝ ਬੀਤੇ ਦਿਨਾਂ ਦੇ ਵਿੱਚ ਵੀਜ਼ੇ ਵੀ ਆਏ ਆ ਤੇ ਬੱਚੇ ਹੀ ਗਵਾਹ ਆ ਜਿਨ੍ਹਾਂ ਦੇ ਰਿਫਿਊਜ਼ਲਸ ਵੀ ਆਏ ਆ। ਪਰ ਆਪਾਂ ਉਹਨਾਂ ਨੂੰ ਕੰਪੈਰੀਜ਼ਨ ਕਰ ਸਕਦੇ ਆ ਕਿ ਭਾਈ ਸਾਹਿਬ ਇੱਕ ਬੱਚਾ ਖੜਾ ਕਰਦੇ ਆ ਜਿਨ੍ਹਾਂ ਦਾ ਵੀਜ਼ਾ ਆ, ਇੱਕ ਬੱਚਾ ਰਿਫਿਊਜ਼ ਕਰਦੇ ਆ ਜਿਹਦੀ ਰਿਫਿਊਜ਼ਲ ਆਈ ਹੈ, ਤੇ ਦੋਨਾਂ ਦੀ ਫਾਈਲ ਨੂੰ ਅਗਰ ਕੰਪੇਅਰ ਕਰਾਂਗੇ ਤਾਂ ਜੋ ਚੀਜ਼ਾਂ ਅਕੋਰਡਿੰਗ ਟੂ ਆਵਰ ਨੌਲੇਜ ਸਾਡੇ ਸਾਹਮਣੇ ਆਈਆਂ ਕਿ ਜੋ 105 ਜਾਂ 6.5 ਦੇ ਉੱਤੇ ਜਿਹੜੇ ਰਿਫਿਊਜ਼ ਹੋਇਆ, ਸਭ ਤੋਂ ਉਹਦਾ ਵੱਡਾ ਜਿਹੜਾ ਮੇਜਰ ਕਾਰਨ ਹੈ ਉਹ ਹੋਇਆ ਪੈਕੇਜ। ਜੀ ਬਿਲਕੁਲ। ਪੈਕੇਜ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਚਲੋ ਯਾਰ 21 ਪਾਸ ਆਊਟ ਹੈ, 22 ਪਾਸ ਆਊਟ ਹੈ, ਉਹ ਕਹਿੰਦਾ ਜੀ ਬਾਈ ਜੀ ਮੈਨੂੰ ਤਾਂ ਜੀ ਪੈਕੇਜ ਚਾਹੀਦਾ। ਹੁਣ ਏਜੰਟ ਕੀ ਕਰਦਾ ਅੱਜ ਦੇ ਟਾਈਮ ਤੇ, ਕੋਈ ਸਕਾ ਰਿਸ਼ਤੇਦਾਰ ਭਾਈ ਭੈਣ ਨੇ ਆਪਣੇ ਪਿੱਛੇ ਕਰ ਲੋ ਕਿ ਰੁਪਈਆ ਲਾਉਂਦਾ ਤੇ ਹਾਊ ਇਜ਼ ਇਟ ਪੋਸੀਬਲ ਕਿ ਆਪਾਂ ਕਿਸੇ ਵਿੱਚ ਲਾਵਾਂਗੇ ਟੂ ਵੈਰੀ ਮੋਸਟਲੀ। ਉਹਦੇ ਵਿੱਚ ਕੀ ਕੀਤਾ ਕਿ ਪੈਕੇਜ ਦੇ ਵਿੱਚ ਏਜੰਟ ਨੇ ਜਮਾ ਹੀ ਉਹਨਾਂ ਨੂੰ ਪ੍ਰਾਈਵੇਟ ਕਾਲਜ ਦੇ ਦਿੱਤਾ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਉਹਨਾਂ ਨੂੰ ਕੀ ਹੋ ਗਿਆ ਕਿ ਜਿਸ ਕਰਕੇ ਉਹਨਾਂ ਦੀ ਕਹਿ ਲਓ ਕਿ ਐਮਬੈਸੀ ਨੇ ਵੇਖਿਆ ਕਿ ਇੱਕ ਨਾ ਕੈਪੇਬਿਲਿਟੀ ਹੁੰਦੀ ਹੈ, ਕੋਰਸ ਦੇ ਕ੍ਰੈਡਿਟ ਹੁੰਦੇ ਆ। ਹੁਣ ਤੁਸੀਂ ਸੋਚੋ ਕਿ ਇੱਕ ਬੱਚਾ 2022 ਪਾਸ ਆਊਟ ਹੈ, ਬੈਂਡ ਸਕੋਰ 6.5 ਹੈਗੇ ਹੈ, ਨੋ ਲੈਸ ਦੈਨ 6 ਹੈ, ਅਕੈਡਮਿਕਲੀ 80% ਨੰਬਰ ਹੈ, ਪਰ ਬੱਚੇ ਨੇ ਜਿਹੜੀ ਕੋਰਸ ਦੀ ਸਿਲੈਕਸ਼ਨ ਕੀਤੀ ਹੈ ਇੱਕ ਤਾਂ ਕੀਤੀ ਪ੍ਰਾਈਵੇਟ ਕੈਂਪਸ ਦੇ ਵਿੱਚ, ਔਰ ਦੂਸਰਾ ਜਿਹੜੇ ਕੋਰਸ ਦੇ ਕ੍ਰੈਡਿਟ ਚੂਜ਼ ਕੀਤੇ ਆ ਉਹ ਬਿਲਕੁਲ ਹੀ ਜ਼ੀਰੋ ਚੂਜ਼ ਕੀਤੇ ਆ। ਸੋ ਇਹ ਸਾਰੀਆਂ ਚੀਜ਼ਾਂ ਬਿਕੋਜ਼ ਕਹਿੰਦੇ ਨਾ ਕਿ ਜਿੰਨੀ ਚਾਦਰ ਉਨੇ ਪੈਰ ਫਸਾਰਨੇ। ਸੋ ਬਹੁਤ ਸਾਰੀਆਂ ਚੀਜ਼ਾਂ ਕਿ ਕੱਲਾ ਆਪਾਂ ਐਮਬੈਸੀ ਨੂੰ ਨਾ ਕਹੀ ਜਾਈਏ ਜੀ ਐਮਬੈਸੀ ਰਿਫਿਊਜ਼ ਕਰੀਏ ਜੀ ਵੀਜ਼ਾ ਨਹੀਂ ਦਊਗੀ, ਜੇ ਰਿਫਿਊਜ਼ ਹੀ ਕਰਨਾ ਤੇ ਉਹ ਓਪਨ ਕਿਉਂ ਹੈ? ਬਿਲਕੁਲ। ਸੋ ਬਹੁਤ ਸਾਰੀਆਂ ਚੀਜ਼ਾਂ ਕੱਲਾ ਇੱਕੋ ਸਾਈਡ ਨਾਲ ਦੇਖੀਏ, ਆਪਾਂ ਦੋਨੋਂ ਦੇਖਾਂਗੇ ਤੇ ਦੈਨ ਆਪਾਂ ਇਸ ਡਿਸੀਜਨ ਨੂੰ ਕੋਆਪਰੇਟ ਕਰ ਸਕਦੇ ਹਾਂ। ਜੀ ਬਿਲਕੁਲ। ਇੱਕ ਸਵਾਲ ਹੋ ਰਹਿੰਦਾ ਸਟੂਡੈਂਟਸ ਦਾ ਹਮੇਸ਼ਾ, ਜਿਹੜੇ ਖਾਸ ਤੌਰ ਤੇ ਪੂਰਾ ਡਿਜ਼ਾਇਰਡ ਆਇਲ ਸਕੋਰ ਨਹੀਂ ਅਚੀਵ ਕਰ ਪਾ ਰਹੇ ਨੇ, 1 ਚ 5.5 ਰਹਿ ਜਾਂਦਾ, ਕਿ ESL ਕੋਰਸ ਲਗਾ ਕੇ ਪ੍ਰੋਫਾਈਲ ਕਿਤੇ ਨਾ ਕਿਤੇ ਸਟਰੋਂਗ ਬਣਦੀ ਹੈ, ਉਸ ਦੇ ਨਾਲ ਸਕਸੈਸ ਰੇਟ ਵਧਣ ਦੇ ਚਾਂਸਸ ਰਹਿੰਦੇ? ਦੇਖੋ, ਪਹਿਲੇ ਜਿਹੜਾ ਪ੍ਰੋਸੈਸ ਸੀ, ਜਿਹੜਾ ਸਿਨੈਰੀਓ ਸੀ, ਇਹ ਸੀ ਫॉर ਦਾ ਆਸਟ੍ਰੇਲੀਆ ਐਲੀ ਕੋਰਸ ਲੱਗ ਜਾਂਦੀ ਹੈ। ਜਿਵੇਂ UK ਦੇ ਵਿੱਚ ਹੈਗਾ ਕਿ ਤੁਹਾਡੇ ਜੇ 10 ਪੁਆਇੰਟ ਪੂਰੇ ਨਹੀਂ ਹੁੰਦੇ ਤਾਂ ਫਾਊਂਡੇਸ਼ਨ ਤੁਸੀਂ ਲੈ ਸਕਦੇ ਹੋ, ਪ੍ਰੀ ਸੈਸ਼ਨਲ ਲੈ ਸਕਦੇ ਹੋ। ਪਰ ਲੇਕਿਨ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ, ਮੈਨੂੰ ਕਹਿ ਲਓ ਕਿ ਇਸ ਚੀਜ਼ ਨਾਲ ਕੋਈ ਫਾਇਦਾ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ, ਪਰ ਅੱਜ ਦੇ ਦਿਨ ਤੱਕ ਕੋਈ ਫਾਇਦਾ ਨਹੀਂ ਹੈ। ਦੇਖੋ, ਹੋ ਸਕਦਾ ਹੈ ਕਿ ਜਿਵੇਂ UK ਨੇ ESL ਸਟਾਰਟ ਕੀਤਾ ਹੈ, ਜਰਮਨ ਕਰਦਾ ਪਿਆ, ਕਾਫੀ ਯੂਰੋਪੀਅਨ ਕੰਟਰੀਜ਼ ਹੈਗੀਆਂ ਕਿ ਜੋ ਆਪਣੇ ਫਾਊਂਡੇਸ਼ਨ ਪ੍ਰੋਗਰਾਮ ਨੂੰ ਲੀਡਿੰਗ ਮੇਜਰ ਸਟੱਡੀ ਉੱਤੇ ਵੀਜ਼ਾਸ ਦਿੰਦੇ ਆ। ਹਾਂ, ਕੈਨੇਡਾ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਜੇ ਤੁਹਾਡੇ 1 ਚੋਂ 5.5 ਹੈ ਜਾਂ 2 ਚੋਂ 5.5 ਹੈ, ਥੋੜਾ ਜਿਹਾ ਤੁਸੀਂ ਆਪਣੀ ਲੋਕੇਸ਼ਨ ਦੇ ਨਾਲ ਕੰਪਰੋਮਾਈਜ਼ ਕਰਕੇ ਜੇ ਆਪਾਂ ਥੋੜਾ ਜਿਹਾ ਅਟਲਾਂਟਿਕ ਸਾਈਡ ਆਨੇ ਆ ਤਾਂ ਡੈਫੀਨਿਟਲੀ ਯੂ ਗੈਟ ਦਾ ਵੀਜ਼ਾ। ਜੀ, ਪ੍ਰੋਵਿੰਸ ਦੇ ਨਾਲ ਬਹੁਤ ਫਰਕ ਪੈਂਦਾ ਹੈ। ਯਾਨੀ ਕਿ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਮੈਮ, ਮੇਰਾ ਨਾਮ ਖੁਵਿੰਦਰ ਹੈ, ਮੈਂ ਰੋਪੜ ਤੋਂ ਗੱਲ ਕਰ ਰਿਹਾ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਮ, ਰੀਸੈਂਟਲੀ ਮੇਰੀ ਡਾਟਰ ਦੀ ਰਿਫਿਊਜ਼ਲ ਆਈ ਹੈ ਕੈਨੇਡਾ ਤੋਂ, ਤਾਂ ਮੈਂ ਉਸੇ ਬਾਰੇ ਥੋੜਾ ਜਿਹਾ ਲੈਣਾ ਚਾਹ ਰਿਹਾ। ਹਾਂਜੀ, ਕੋਈ ਗੱਲ ਨਹੀਂ ਜੀ, ਤੁਸੀਂ ਆਪਣੀ ਬੇਟੀ ਦੀ ਪਹਿਲਾਂ ਪ੍ਰੋਫਾਈਲ ਦੱਸ ਦਿਓ ਸਾਰੀ। ਹਾਂਜੀ ਮੈਮ, ਉਸਨੇ 2021 ਦੇ ਵਿੱਚ +2 ਕਰੀ ਸੀ। ਠੀਕ ਹੈ। ਆਰਟ ਸਟਰੀਮ ਸੀ, ਜਿਵੇਂ ਉਹਦੀ 73% ਸੀ,
ਤੇ ਉਹਦੇ ਬੈਂਡ ਵੀ ਅੱਛੇ ਸੀ, ਜਿਹੜਾ ਮੈਨੂੰ ਬਹੁਤ ਜ਼ਿਆਦਾ ਮਤਲਬ ਓਵਰਆਲ 7 ਸੀ, ਨਾਟ ਲੈਸ ਦੈਨ 6.5 ਸੀ। ਓਕੇ ਠੀਕ ਹੈ। ਲਖਵਿੰਦਰ ਜੀ ਤੁਹਾਡੀ ਮੈਂ ਇੱਥੇ ਗੱਲ ਕੱਟ ਰਿਹਾ, ਮੈਂ ਪੁੱਛਣਾ ਚਾਹੁੰਦਾ ਕਿ ਜਿਹੜੀ ਤੁਹਾਡੀ ਗੁੜੀਆ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ ਦਾ ਕਾਲਜ ਕਿਹੜਾ ਸੀ, ਪਬਲਿਕ ਸੀ ਜਾਂ ਪ੍ਰਾਈਵੇਟ ਸੀ? ਪਬਲਿਕ ਕਾਲਜ ਸੀ ਸਰ। ਕੀ ਕਾਲਜ ਦਾ ਕੀ ਨਾਮ ਸੀ? ਨਾਇਗਰਾ ਜੀ। ਨਾਇਗਰਾ। ਕੋਰਸ ਕਿਹੜਾ ਲਿਆ ਸੀ ਬੱਚੇ ਨੇ? ਉਹਨਾਂ ਦਾ ਹਸਪਿਟੈਲਿਟੀ ਦਾ ਕੋਰਸ। ਓਕੇ ਓਕੇ ਜੀ ਬਿਲਕੁਲ। ਹੁਣ ਤੁਸੀਂ ਦੇਖੋ, ਹੁਣ ਇੱਥੇ ਅਸੀਂ ਅੰਬੈਸੀ ਨੂੰ ਕਿਸ ਚੀਜ਼ ਦਾ ਦੋਸ਼ ਦੇਈਏ? ਹੁਣ ਬੱਚਾ 21 ਪਾਸ ਆਊਟ ਵੀ ਹੈਗਾ, 7 ਬੈਂਡ ਵੀ ਹੈਗੇ, ਬਹੁਤ ਅੱਛੇ ਆਇਲਸ ਸਕੋਰ ਹੈ, ਓਵਰਆਲ ਨੋਟ ਲੈਸ ਦੈਨ 6.5 ਹੈ ਬਿਲਕੁਲ। ਔਰ ਬੱਚੇ ਦਾ ਕੋਈ ਜ਼ਿਆਦਾ ਗੈਪ ਵੀ ਨਹੀਂ ਹੈ। ਹੁਣ ਤੁਸੀਂ ਆਪ ਸੋਚੋ ਕਿ ਜੇ ਅੰਬੈਸੀ 7 ਬੈਂਡਸ ਦੇ ਉੱਤੇ ਵੀ ਤੁਹਾਨੂੰ ਰਿਫਿਊਜ਼ ਕਰ ਸਕਦੀ ਹੈ ਤਾਂ ਕਿਉਂ ਅਸੀਂ ਆਈਲੈਟਸ ਨੂੰ, ਇੱਕ ਭਾਸ਼ਾ ਨੂੰ ਇੰਨਾ ਉੱਤਾ ਤਜਰਬਾ ਦਿੱਤਾ ਪਿਆ ਕਿ ਜਿਹਦੇ ਨਾਲ ਆਪਾਂ ਆਪਣੇ ਵੀਜ਼ਾ ਨੂੰ, ਆਪਣੇ ਕੈਰੀਅਰ ਨੂੰ ਤੋਲ ਰਹੇ ਹਾਂ। ਹੁਣ ਕਾਰਨ ਕੀ ਹੈ? ਜਿੱਦਾਂ ਉਹਨਾਂ ਲਖਵਿੰਦਰ ਜੀ ਨੇ ਦੱਸਿਆ, ਇਹਨਾਂ ਦੀ ਬੇਟੀ ਜਿੱਦਾਂ ਰਿਫਿਊਜ਼ਲ ਹੋਈ ਹੈ, ਹੁਣ ਕੁਝ ਬੀਤੇ ਦਿਨਾਂ ਵਿੱਚ ਕੀ ਹੋਇਆ ਕਿ ਬੜੇ ਫੈਬਰੀਕੇਟਡ ਡਿਸੀਜਨਸ ਆਏ ਹੈ। ਫੈਬਰੀਕੇਟਡ ਇਨ ਦਾ ਡਿਸੀਜਨ ਇਨ ਦਾ ਸੈਂਸ ਕਿ ਬੱਚੇ ਦੀ ਫਾਈਲ ਲੱਗਦੀ ਹੈ, ਬੱਚੇ ਦੀ ਬਾਇਓਮੈਟ੍ਰਿਕ ਅਸੀਂ ਕਰਵਾਉਂਦੇ ਆ, ਤਾਂ ਐਕਚੁਅਲੀ ਜੋ ਅੰਬੈਸੀ ਦੀ ਗਾਈਡਲਾਈਨਸ ਹੈ ਕਿ ਆਫਟਰ ਡੂਇੰਗ ਦਾ ਬਾਇਓਮੈਟ੍ਰਿਕਸ ਇਟ ਵਿਲ ਰਿਕੁਆਇਰ 48 to 72 ਆਵਰਸ ਫॉर ਦਾ ਅਪਡੇਟਿੰਗ, ਕਿ ਜੇ ਤੁਸੀਂ ਇੱਕ ਵਾਰੀ ਫਿੰਗਰਪ੍ਰਿੰਟਸ ਕਰਵਾ ਲੈਂਦੇ ਹੋ 48 ਤੋਂ 72 ਘੰਟੇ ਦਾ ਟਾਈਮ ਹੈ ਉਹਨੂੰ ਅਪਡੇਟ ਕਰਨ ਦਾ। ਪਰ ਲੇਕਿਨ ਬੱਚੇ ਨੇ ਜਿਵੇਂ ਬਾਇਓਮੈਟ੍ਰਿਕ ਕਰਾਈ ਆ, ਹਾਰਡਲੀ ਵਿਦ ਇਨ ਅ ਸੈਕਿੰਡ ਹੀ ਬੱਚਾ ਰਿਫਿਊਜ਼ ਹੋ ਗਿਆ। ਜੀ ਸੋ ਐਕਚੁਅਲੀ ਉਹ ਫੈਬਰੀਕੇਟਡ ਡਿਸੀਜਨ ਸੀ, ਕੰਪਿਊਟਰ ਬੇਸਡ ਡਿਸੀਜਨ ਸੀ, ਜੋ ਕਿ ਹੁਣ ਸੁਧਰ ਚੁੱਕਿਆ। ਹੁਣ ਬਾਕੀ ਐਕਚੁਅਲ ਚ ਕੀ ਹੋਊਗਾ ਲਖਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਕਿ ਆਪਣੀ ਗੁੜੀਆ ਦਾ ਹੁਣ ਪ੍ਰੋਪਰਲੀ ਫਸਟ ਆਫ ਆਲ ਇੱਕ ਤਾਂ ਸਾਨੂੰ ਇਹਦਾ ਰਿਫਿਊਜ਼ਲ ਲੈਟਰ ਚਾਹੀਦਾ ਹੈ ਕਿ ਰਿਫਿਊਜ਼ਲ ਲੈਟਰ ਦੇ ਵਿੱਚ ਅੰਬੈਸੀ ਨੇ ਕਿਸ ਗਰਾਊਂਡਸ ਤੇ ਰਿਫਿਊਜ਼ ਕੀਤਾ ਹੈ। ਦੂਸਰਾ, ਜਿਸ ਤੁਸੀਂ ਏਜੰਟ ਤੋਂ ਫਾਈਲਿੰਗ ਕਰਵਾਈ ਹੈ ਪ੍ਰੋਪਰ ਉਹਦੀ ਜੀਸੀ ਕੀ ਮਿਲ ਜੇ ਤਾਂ ਸਭ ਤੋਂ ਬਿਹਤਰ ਹੈ। ਕਿ ਹੋ ਸਕਦਾ ਹੈ ਕਿ 21 ਦੇ ਵਿੱਚ 21 ਤੋਂ 22 ਤੱਕ ਐਸਓਪੀ ਚ ਨਾ ਕਵਰ ਕੀਤਾ ਹੋਏ। ਉਹ ਕਈ ਵਾਰੀ ਕੀ ਹੁੰਦਾ ਕਿ ਸਭ ਕੁਝ ਵਧੀਆ ਹੋਣ ਦੇ ਬਾਵਜੂਦ ਵੀ ਕਿ ਬੱਚੇ ਦੇ ਜਿੱਦਾਂ ਨਾਇਗਰਾ ਕੋਲ ਸੀ, ਹੋ ਸਕਦਾ 6 ਮਹੀਨੇ ਦੀ ਫੀਸ ਪਵਾਤੀ ਹੋਏ, ਜੀਏਸੀ ਨਾ ਪਵਾਇਆ ਹੋਏ, ਬਹੁਤ ਸਾਰੀਆਂ ਚੀਜ਼ਾਂ ਕਿ ਜੇ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਦੇਖ ਕੇ ਕੰਪਲੀਟ ਕਰ ਲੈਂਦੇ ਆ ਤਾਂ ਡੈਫੀਨਿਟਲੀ ਆਪਾਂ ਅਗੇਨ ਵੀਜ਼ਾ ਅਟੈਂਪਟ ਦੇ ਵਿੱਚ ਲੈ ਸਕਦੇ ਹਾਂ। ਬਿਲਕੁਲ ਬਿਲਕੁਲ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਨੇਹਾ ਗੱਲ ਕਰ ਰਹੀ ਹਾਂ। ਹਾਂਜੀ ਨੇਹਾ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਕੈਨੇਡਾ ਰੀਸੈਂਟ ਰਿਫਿਊਜ਼ਲ ਆਈ ਹੈ, 6 each band ਹੈ ਜੀ। ਓਕੇ, ਕੀ ਕੁਆਲੀਫਿਕੇਸ਼ਨ ਰਹੀ ਹੈ ਤੁਹਾਡੀ? प्लस 2 बेस पे लगा मैं प्लस 2 2020 के पास है कि मैं। ਓਕੇ ਠੀਕ ਹੈ जी ਤੇ ਹੁਣ ਤੁਹਾਡੀ ਰਿਫਿਊਜ਼ਲ ਆ ਚੁੱਕੀ ਹੈ हाँ जी मैम, रिफ्यूजल आई है ਤੇ ਦੁਬਾਰਾ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ? बाहर कदा करनी है। हाँ जी मैम, हाँ जी। ਨੇਹਾ ਜੀ, ਮੈਂ ਪੁੱਛਣਾ ਚਾਹੁੰਦਾ ਇੱਥੇ ਕਿ 2020 ਤੋਂ ਬਾਅਦ ਕੁਝ ਤੁਸੀਂ ਆਪਣੀ ਪ੍ਰੋਫਾਈਲ ਦੇ ਵਿੱਚ ਗੈਪ ਨੂੰ ਕਵਰ ਕਰਨ ਦੀ ਲਗਾਇਆ ਸੀ ਕੁਝ? हाँ जी सर, 2 साल ਦੇ ਮੈਂ ਕੰਪਿਊਟਰ ਸਰਟੀਫਿਕੇਟ ਤੇ ਡਿਪਲੋਮਾ ਲਗਾਏ ਹੈਗੇ। ਓਕੇ, ਦੈਟਸ ਗੁੱਡ। ਤੇ ਤੁਹਾਡਾ ਕੈਨੇਡਾ ਦੇ ਵਿੱਚ ਕਾਲਜ ਕਿਹੜਾ ਸੀ? ਸੌਰੀ ਸਰ, ਕੈਨੇਡਾ ਦੇ ਵਿੱਚ ਕਾਲਜ ਕਿਹੜਾ ਸੀ ਨੇਹਾ ਤੁਹਾਡਾ? ਕਾਲਜ ਉਹ ਸਰ ਕੋਲ ਸੀ ਸਰ, ਕਾਲਜ ਹੋਗਾ ਕੋਨੇਸਟੋਗਾ ਕਾਲਜ। ਜੀ ਬਿਲਕੁਲ। ਜਿੱਦਾਂ ਨੇਹਾ ਜੀ ਜਾਂ ਲਖਵਿੰਦਰ ਜੀ ਦੀ ਬੇਟੀ ਦਾ ਜੋ ਸਵਾਲ ਸੀ, ਹੁਣ ਦੇਖ ਲਓ ਕਿ ਜਿਹੜੇ ਕੋਨੇਸਟੋਗਾ ਕਾਲਜ ਹੈ, ਸੈਂਟ ਕਲੇਅਰ ਕਾਲਜ ਹੈ, ਨਾਇਗਰਾ ਕਾਲਜ ਹੈ, ਫੈਨਸ਼ਾ, ਫਲੈਮਿੰਗ, ਸ਼ੈਰੀਡਨ, ਹੰਬਰ, ਇਹ ਕਹਿ ਲਓ ਕਿ ਮੈਮ ਇੱਕ ਟੋਪ ਰੈਂਕਡ ਕਾਲਜ ਹੈ ਕੈਨੇਡਾ ਦੇ। ਮੀਨਸ ਜਿਨ੍ਹਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਐਸਪੀਪੀ ਨੋਨ ਐਸਪੀਪੀ ਦੇ ਟਾਈਮ ਜਾਂ ਜ਼ਿਆਦਾ ਪੁਰਾਣੀ ਗੱਲ ਨਹੀਂ ਕਿ 1920 ਦੀ ਹੀ ਗੱਲ ਕਰੀਏ ਤੇ ਇਹ ਕਾਲਜ ਜਿਵੇਂ ਸੀ ਕਿ ਯਾਰ ਇਸ ਕਾਲਜ ਦਾ ਆਫਰ ਲੈਟਰ ਹੀ ਵੀਜ਼ਾ। ਬਿਕੋਜ਼ ਦੇਖੋ ਹੁਣ ਅੰਬੈਸੀ ਦਾ ਇੰਟਰਸਟ ਇਧਰੋਂ ਹਟ ਕੇ ਅਟਲਾਂਟਿਕ ਸਾਈਡ, ਰੀਜਨਲ ਏਰੀਆ ਸਾਈਡ ਜ਼ਿਆਦਾ ਜਾ ਰਿਹਾ। ਹੁਣ ਐਕਚੁਅਲ ਚ ਜੋ ਆਪਾਂ ਸ਼ੋਅ ਦੇ ਸਟਾਰਟਿੰਗ ਇੱਕ ਟੌਪਿਕ ਨੂੰ ਲਿਆ ਕਿ ਰਿਫਿਊਜ਼ਲ ਨੂੰ ਕਿਵੇਂ ਅਸੀਂ ਦੇਖ ਰਹੇ ਹਾਂ। ਹੁਣ ਕਾਰਨ ਕਿੱਥੇ ਹੈ? ਜੋ ਐਕਚੁਅਲੀ ਅੰਬੈਸੀ ਦੀ ਜੋ ਕਹਿ ਲਓ ਕਿ ਜੋ ਉੱਥੋਂ ਦੀ ਹਾਇਰ ਕਮਿਸ਼ਨ ਦੀ ਜੋ ਥਿੰਕਿੰਗ ਉਹ ਕੀ ਹੈਗੀ ਹੈ ਕਿ ਦੇਖੋ ਸਾਲ ਦੀ ਫੀਸ ਤੇ GIC ਹਰ ਕੋਈ ਬੱਚਾ ਭਰ ਰਿਹਾ। ਜੀ ਜੀ ਬਿਲਕੁਲ, ਸਾਰੇ ਤਾਂ ਨਹੀਂ ਬਾਹਰ ਚਲੇਗੇ। ਹੁਣ ਐਕਚੁਅਲੀ ਕਾਰਨ ਕਿੱਥੇ? ਉਹਨਾਂ ਨੂੰ ਇਹ ਹੁੰਦਾ ਹੈ ਕਿ ਜਿਸ ਸਟਰੀਮ ਦੇ ਵਿੱਚ, ਜਿਸ ਪ੍ਰੋਗਰਾਮ ਦੇ ਵਿੱਚ ਬੱਚਾ ਸਾਡੇ ਕੋਲ ਕੈਨੇਡਾ ਉੱਥੇ ਆ ਰਿਹਾ ਹੈ ਕਿ ਵਾਕਈ ਹੀ ਇਸ ਪ੍ਰੋਗਰਾਮ ਦੀ ਇਸ ਡਿਜ਼ਾਇਰਡ ਲੋਕੇਸ਼ਨ ਦੇ ਵਿੱਚ ਇਹਦੀ ਡਿਮਾਂਡ ਹੈ ਜਾਂ ਨਹੀਂ ਹੈ। ਹੁਣ ਐਕਚੁਅਲੀ ਕੀ ਹੈ ਕਿ ਜਿਹੜਾ ਟੋਰਾਂਟੋ, ਬ੍ਰੈਂਟਨ, ਮਿਸੀਸਾਗਾ, ਬੇਸਿਕਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਕਮਰਸ਼ੀਅਲ ਕੈਪੀਟਲ ਹੈ ਕੈਨੇਡਾ ਦੀ, ਬਟ ਇਹ ਜਿੰਨਾ ਵੀ ਏਰੀਆ ਦੇ ਆਰ ਵੈਰੀ ਕਰਾਊਡਡ। ਹੁਣ ਐਕਚੁਅਲੀ ਕੀ ਹੈ ਕਿ ਬੱਚੇ ਇੱਥੇ ਪੜ੍ਹਦੇ ਤਾਂ ਹੈ, ਕੰਮ ਵੀ ਕਰਦੇ ਆ, ਪਰ ਲੇਕਿਨ ਜਦੋਂ PR ਦੀ ਵਾਰੀ ਆਉਂਦੀ ਹੈ ਇਹ ਡੈਫੀਨਿਟਲੀ ਆਪਣੀ ਪ੍ਰੋਵਿੰਸ ਨੂੰ ਮੂਵ ਅਪ ਕਰਦੇ ਆ। ਓਕੇ ਜੀ। ਤੇ ਬਿਕੋਜ਼ ਮੈਂ ਹੁਣ ਇਸੇ ਚੀਜ਼ ਨੂੰ ਇੱਕ ਥੋੜਾ ਜਿਹਾ ਐਲੈਬੋਰੇਟ ਕਰਨਾ ਚਾਹਨਾ ਕਿ ਜੇ ਅਸੀਂ 6 ਈਚ ਦੇ ਨਾਲ ਜਾਂ 1 ਤੋਂ 5.5 ਦੇ ਨਾਲ ਜੇ ਤੁਸੀਂ ਇੱਕ ਵਾਰੀ ਰਿਫਿਊਜ਼ ਹੋ ਗਏ ਹੋ, ਮੈਂ ਤੁਹਾਨੂੰ ਚਾਹਨਾ
ਕਿ ਪਹਿਲੀ ਗੱਲ ਤਾਂ ਤੁਸੀਂ ਕਾਲਜ ਆਪਣਾ ਚੇਂਜ ਨਾ ਕਰੋ, ਕਿਉਂਕਿ ਤੁਹਾਡੀ ਫੀਸ ਤੁਹਾਡੀ ਪਈ ਹੋਈ ਹੈ, ਦੁਬਾਰਾ ਮੰਗਵਾਓਗੇ 1.5-2 ਮਹੀਨਾ ਲੱਗੂਗਾ, ਫੀਸ ਆਉਂਦੇ ਫਿਰ ਦੁਬਾਰਾ ਕੁਝ ਕਰੋਗੇ। ਸੋ ਇੱਥੇ ਜੋ ਰਿਫਿਊਜ਼ਲ ਵਾਲੇ ਬੱਚੇ ਹੈ, ਮੇਕ ਸ਼ੋਰ ਇੱਕ ਵਾਰੀ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਆਪਣੇ ਰਿਫਿਊਜ਼ਲ ਲੈਟਰ ਸੈਂਡ ਕਰੋ, ਪਲੱਸ ਤੁਹਾਡੀ ਫੈਮਿਲੀ ਡਿਟੇਲ ਸੈਂਡ ਕਰੋ, ਔਰ ਹੋ ਸਕੇ ਤਾਂ SOP, ਬਿਕੋਜ਼ ਅਸੀਂ ਇੱਕ ਦੇਖਦੇ ਹਾਂ, ਬਿਕੋਜ਼ ਸਾਡੇ ਵੀ ਬੱਚੇ ਆ ਯਾਰ, ਇੱਕ ਚੋਂ 5.5 ਵੀਜ਼ੇ ਆਏ ਆ, 6 ਸੀਰੀਜ਼ ਤੇ ਵੀਜ਼ੇ ਆਏ ਆ। ਹੁਣ ਕਾਰਨ ਮੈਨੂੰ ਇਹ ਸਮਝ ਨਹੀਂ ਚੱਲ ਰਿਹਾ ਕਿ ਇੱਥੇ ਜਿਹੜੀ ਲੈਕ ਰਹਿ ਗਈ ਹੈ, ਬਾਈ ਲੱਕ ਰਹਿ ਗਈ ਹੈ, ਏਜੰਟ ਦੀ ਗਲਤੀ ਕਰਕੇ ਰਹਿ ਗਈ ਹੈ, ਜਾਂ ਹੋ ਸਕਦਾ ਹੈ ਕਿ ਬੱਚੇ को प्रॉपर डॉक्यूमेंटेशन ही ना ਪ੍ਰੋਵਾਈਡ ਹੋਈ ਹੈ। ਸੋ ਇਹ ਚੀਜ਼ਾਂ ਪ੍ਰੋਪਰ ਦੇਖਣੇ ਪੈਣਗੀਆਂ ਇੱਕ ਵਾਰ। ਬਿਲਕੁਲ, ਕਿਉਂਕਿ ਅਸੀਂ ਜਿਹੜੀ ਪਹਿਲੀ ਪ੍ਰੋਫਾਈਲ ਦੇਖੀ ਹੈ ਓਵਰਆਲ 7 ਬੈਂਡ 6.5 ਇੱਕ ਦੇ ਵਿੱਚ ਸੀਗੇ, ਕੁਆਲੀਫਿਕੇਸ਼ਨ 73% ਮਾਰਕਸ ਸੀਗੇ, ਰੀਸੈਂਟ ਪਾਸ ਆਊਟ, ਔਰ ਫਿਰ ਇੱਥੇ ਹੀ ਚੀਜ਼ਾਂ ਹੁੰਦੀਆਂ ਕਿ ਕਿਤੇ ਨਾ ਕਿਤੇ ਕੋਈ ਮਾਈਨਰ ਮਿਸਟੇਕਸ ਦੇ ਕਾਰਨ ਹੀ ਰਿਫਿਊਜ਼ਲ ਲੱਗਿਆ ਹੁੰਦਾ। ਇਸ ਲਈ ਬਹੁਤ ਜ਼ਰੂਰੀ ਹੁੰਦਾ ਕਿ ਚੰਗੇ ਕੰਸਲਟੈਂਟ ਦੀ ਚੋਣ ਕੀਤੀ ਜਾਏ। ਜਿਸ ਵੀ ਕੰਸਲਟੈਂਟ ਕੋਲ ਜਾਂਦੇ ਹੋ, ਪਹਿਲਾਂ ਪਲੀਜ਼ ਉਸਦੇ ਬੈਕਗ੍ਰਾਉਂਡ ਦੇਖਿਆ ਕਰੋ, ਕਿਸ ਤਰ੍ਹਾਂ ਦੀ ਪ੍ਰੋਫਾਈਲ ਸੇ ਉਹ ਕੰਮ ਕਰ ਚੁੱਕੇ ਨੇ, ਕਿਸ ਤਰ੍ਹਾਂ ਦਾ ਉਹਨਾਂ ਦਾ ਸਕਸੈਸ ਰੇਟ ਰਿਹਾ। ਸੋ ਸਭ ਚੀਜ਼ਾਂ ਦੇਖ ਪਰਖ ਕੇ ਹੀ ਆਪਣੀ ਜੋ ਫਾਈਲਿੰਗ ਦਾ ਕੰਮ ਸ਼ੁਰੂ ਕਰਵਾਇਆ ਕਰੋ। ਬਾਕੀ ਲਗਾਤਾਰ ਬਾਕੀ ਨੰਬਰ ਵੀ ਡਿਸਪਲੇ ਹੋ ਰਿਹਾ, ਤੁਸੀਂ ਸ਼ੋਅ ਦਾ ਹਿੱਸਾ ਬਣ ਸਕਦੇ ਹੋ, ਸ਼ੋਅ ਦੇ ਦੌਰਾਨ ਵੀ ਕਾਲ ਕਰਕੇ ਸਲਾਹ ਲੈ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਸ਼ੋਅ ਤੋਂ ਬਾਅਦ ਵੀ ਸੇਮ ਇਸੇ ਨੰਬਰ ਤੇ ਕਾਲ ਕਰਕੇ SAS ਮੋਹਾਲੀ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 3B2 ਮੋਹਾਲੀ ਦੇ ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਅਸੈਸਮੈਂਟ ਕਰਵਾਓ, ਤਾਂ ਕਿ ਸਹੀ ਡਿਸੀਜਨ ਲੈਣ ਦੇ ਲਈ ਤੁਹਾਨੂੰ ਵਧੀਆ ਗਾਈਡੈਂਸ ਮਿਲ ਸਕੇ। ਤੇ ਪਹਿਲਾਂ ਤੁਸੀਂ ਗੱਲ ਕਾਲਜ ਦੀ ਕੀਤੀ ਸੀ, ਮੀਨਸ ਪ੍ਰਾਈਵੇਟ ਕਾਲਜ ਜਾਂ ਪ੍ਰਾਈਵੇਟ ਜਾਂ ਪਬਲਿਕ ਕਾਲਜ ਦਾ ਹੋਣਾ ਕਿੰਨਾ ਕੁ ਸਕਸੈਸ ਰੇਟ ਨੂੰ ਅੱਗੇ ਕਰਨ ਦੇ ਲਈ ਮਦਦ ਕਰਦਾ ਹੈ? ਦੇਖੋ, ਗੱਲ ਕਾਲਜ ਦੀ ਨਹੀਂ ਹੈ, ਗੱਲ ਸਕਸੈਸ ਰੇਟ ਦੀ ਨਹੀਂ ਹੈ ਜੀ। ਗੱਲ ਇਹ ਹੈ ਕਿ ਜਿਹੜਾ ਪ੍ਰੋਸੈਸ ਹੈ, ਕਹਿੰਦੇ ਨੇ ਕਿ ਇਹ ਇਕੱਲਾ ਵੀਜ਼ਾ ਨਹੀਂ ਹੈ, ਇਹ ਮਾਂ-ਬਾਪ ਦਾ ਸੁਪਨਾ, ਬੱਚੇ ਦਾ ਸੁਪਨਾ, ਉਹਦਾ ਕੈਰੀਅਰ ਹੈ ਜੀ। ਤੇ ਪਤਾ ਨਹੀਂ ਕਿਵੇਂ ਮਾਂ-ਬਾਪ ਨੇ ਆਪਣੀ ਉਮਰ ਭਰ ਦੀ ਜਮਾ ਪੂੰਜੀ ਇੱਕ ਵਾਰੀ ਲਗਾਣੀ ਹੈ। ਬਿਲਕੁਲ, ਚਲੋ ਮੰਨਣਾ ਕੁਝ ਪਰਿਵਾਰ ਬੜੇ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ ਆ ਕਿ ਇੱਕ ਅੱਧੀ ਵਾਰ ਰਿਫਿਊਜ਼ ਹੋ ਜਾਣ ਕਿ ਉਹ ਅਗਲੇ ਨੈਕਸਟ ਅਟੈਂਪਟ ਲਈ ਦੇ ਆਰ ਰੈਡੀ, ਪਰ ਬਟ ਕੁਝ ਪਰਿਵਾਰਾਂ ਕੋ ਬੜਾ ਲਿਮਿਟਡ ਜਿਹਾ ਬਜਟ ਹੁੰਦਾ। ਬਿਲਕੁਲ ਬਿਲकुल, ਕਿਸੇ ਕੋ ਵੀ ਜੇ ਬਾय ਦਾ ਫਸਟ ਦੇਖਿਆ ਜਾਏ, ਕਿਸੇ ਕੋ ਵੀ 15-16 ਲੱਖ ਕੈਨੇਡਾ ਲਈ ਨਹੀਂ ਪਿਆ ਹੋਇਆ, ਨਹੀਂ ਹੁੰਦਾ। ਬਿਲकुल, ਬਹੁਤ ਮੁਸ਼ਕਿਲ ਨਾਲ ਅਰੇਂਜ ਕਰਨਾ ਪੈਂਦਾ। ਤੇ ਹਰ ਕੋਈ ਬੰਦੇ ਨਹੀਂ ਹੋ ਸਕਦਾ ਕਿਤੇ ਕੋ ਫੜ ਤੜ ਕੇ, ਕੋਈ ਜ਼ਮੀਨ ਵੇਚ ਕੇ, ਕੁਝ ਵੀ ਕਰਕੇ। ਚਲੋ ਹਰ ਕੋਈ ਬੰਦਾ ਆਪਣੇ, ਹਰ ਕੋਈ ਬੱਚਾ ਕਹ ਲੋ ਕਿ ਹਰ ਬੰਦਾ ਆਪਣੇ ਬੱਚਿਆਂ ਲਈ ਕਰਦਾ ਹੈ, ਪਰ ਬਟ ਐਕਚੁਅਲੀ ਮੈਂ ਕਹਿਣਾ ਕੀ ਚਾਹੁੰਦਾ, ਜਦੋਂ ਆਪਾਂ ਨੇ ਥੋੜਾ ਜਿਹਾ ਡਿਫਰੈਂਸ਼ੀਏਟ ਕਰਦੇ ਹਾਂ ਕੈਨੇਡਾ ਔਰ USA ਨੂੰ। ਬਿਲਕੁਲ, ਹੁਣ ਦੇਖੋ ਕੈਨੇਡਾ ਦੇ ਵਿੱਚ ਕੀ ਹੈ ਕਿ ਬੱਚੇ ਨੇ +2 2021 ਚ ਕੀਤੀ, 73% ਨੰਬਰ ਸੀ, 7 no less than 6.5 ਸੀ। ਬੱਚੇ ਨੇ ਆਫਰ ਲੈਟਰ ਅਪਲਾਈ ਕੀਤਾ, $150-$250 ਉੱਥੇ ਪਹਿਲੇ ਸਪੈਂਡ ਕੀਤਾ। ਫਿਰ ਨਾ ਕਰਦੇ, ਜਿਵੇਂ ਉਹਨਾਂ ਨੇ ਦੱਸਿਆ ਕਿ ਇੱਕ ਦਾ ਕਾਲਜ ਕੋਨਿਸਟੋਗਾ ਸੀ, ਨਾਇਗਰਾ ਸੀ, ਤੇ ਇੱਕ ਦਾ ਸੈਂਟ ਕਲੇਅਰ ਸੀ। ਹੁਣ ਕੀ ਹੈਗਾ ਕਿ ਇਹਨਾਂ ਕਾਲਜਾਂ ਦੀ ਜਿਹੜੀ ਫੀਸ ਹੈਗੀ ਹੈ, ਐਵਰੇਜ ਫੀਸ ਚਾਹੇ ਅੰਡਰ ਗ੍ਰੈਜੂਏਟ ਕੋਰਸ ਹੈ ਚਾਹੇ ਪੋਸਟ ਗ੍ਰੈਜੂਏਟ ਕੋਰਸ ਹੈ, 9 ਤੋਂ 10 ਲੱਖ ਰੁਪਏ ਰਹਿਣੀ ਹੈ ਜੀ। ਉਸ ਤੋਂ ਬਾਅਦ GIC ਦੇ ਲਈ 6-6.5 ਲੱਖ ਰੁਪਏ ਮੰਨ ਕੇ ਚਲੋ। ਮੇਰੇ ਕਹਿਣ ਦਾ ਮਕਸਦ ਕੀ ਹੈ ਕਿ ਤੁਸੀਂ 15-16 ਲੱਖ ਰੁਪਏ ਲਗਾ ਦਿੱਤਾ, ਦੈਨ ਤੁਸੀਂ ਸੋਚ ਰਹੇ ਹੋ ਕਿ ਯਾਰ ਜਾਂ ਆਪਣੇ ਹੱਥ ਅੱਡੇ ਹੋਏ ਹੈ ਕਿ ਤੁਹਾਨੂੰ ਕੈਨੇਡਾ ਵੀਜ਼ਾ ਦਊਗਾ ਜਾਂ ਨਹੀਂ ਦਊਗਾ। ਹੁਣ ਜੇ ਦੂਜੇ ਪਾਸੇ ਦੇਖਿਆ ਜਾਏ ਫਾਈਨੈਂਸ਼ੀਅਲੀ ਬਜਟ ਨੂੰ, ਜੇ ਆਪਾਂ USA ਦੇ ਪਾਸੇ ਸਪੈਂਡ ਕਰੀਏ ਤੇ ਮੈਨੂੰ ਨਹੀਂ ਲੱਗਦਾ ਕਿ ਯਾਰ ਤੁਹਾਡਾ 50,000 ਦਾ ਵੀ ਖਰਚਾ ਆਊਗਾ ਪਹਿਲੇ। I-20 ਸਰਵਿਸ ਐਮਬੈਸੀ ਫੀਸ, ਨਥਿੰਗ ਐਲਸ। ਜਿੰਨਾ ਤੁਹਾਡੇ ਕੋਲ ਬਜਟ ਹੈ, ਜੋ ਤੁਸੀਂ 15-16 ਲੱਖ ਰੁਪਏ ਭੇਜ ਦਿੱਤਾ, ਉਹ ਤੁਹਾਡੇ ਖਾਤੇ 'ਚ ਪਿਆ, ਉਹਦੀ ਸਟੇਟਮੈਂਟ ਦਿਓ, ਆਪਾਂ ਫਾਈਲ ਐਮਬੈਸੀ ਲਗਾਈਏ, ਤੇ ਦੈਨ ਇੰਟਰਵਿਊ ਦੀ ਪ੍ਰੈਪਰੇਸ਼ਨ ਉਹ ਥੋੜੀ ਮੈਟਰ ਕਰੂਗੀ। ਇੰਟਰਵਿਊ ਦੀ ਪ੍ਰੈਪਰੇਸ਼ਨ ਵਧੀਆ, ਦੇਖੋ ਨਾ, ਇੱਕ ਪਾਸੇ ਮੈਂ 15 ਲੱਖ ਲਾ ਕੇ ਦੇਖ ਰਿਹਾ ਕਿ ਮੈਨੂੰ ਐਮਬੈਸੀ ਵੀਜ਼ਾ ਦੇ ਰਹੀ ਹੈ ਜਾਂ ਨਹੀਂ ਦੇ ਰਹੀ, ਉਹ ਵੀ ਡਾਊਟਫੁਲ ਹੈ। ਦੇਖੋ ਨਾ, ਡਾਊਟਫੁਲ ਵਾਲੀ ਗੱਲ ਇਹ ਕਿ 7 no less than 6.5 ਹੈ। ਹੁਣ ਦੇਖੋ, ਜ਼ਿਆਦਾ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਬਿਕੋਜ਼ ਆਲਵੇਜ਼ ਦੋ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਆ ਕਿ ਕਿਤੇ ਵੀ ਹੋ ਜੇ ਜਾਂ ਸਟਿਕ ਟੂ ਦਾ ਵਨ ਕੰਟਰੀ। ਜੇ ਤਾਂ ਇਹ ਚਾਹੁੰਦੇ ਇਹੀ ਜੋ ਦੋ ਪ੍ਰੋਫਾਈਲਾਂ ਆਈਆਂ ਆਪਣੇ ਕੋ, ਇਹ ਚਾਹੁੰਦੇ ਇਹ ਕਿ ਅਗੇਨ ਅਸੀਂ ਜਾਣਾ ਹੀ ਕੈਨੇਡਾ। ਸੋ ਫਰਸਟਲੀ ਇਹਨਾਂ ਨੂੰ ਮੈਂ ਸੁਜੈਸਟ ਕਰੂੰਗਾ ਕਿ ਗੋ ਹੈਡ ਫॉर ਦਾ GCMS ਨੋਟਸ, ਗਲੋਬਲ ਕੇਸ ਮੈਨੇਜਮੈਂਟ ਸਿਸਟਮ ਦੇ ਅੰਡਰ ਕੈਪਸ ਨੋਟ ਹੁੰਦੇ ਆ, ਉੱਤੇ ਪ੍ਰੋਪਰ ਤੁਹਾਨੂੰ ਗਰਾਊਂਡਸ ਮਿਲ ਜਾਣਗੇ ਕਿ ਕਿਸ ਡਿਸੀਜਨ ਦੇ ਉੱਤੇ ਵੀਜ਼ਾ ਆਫਿਸਰ ਨੇ ਤੁਹਾਨੂੰ ਡਿਸੀਜਨ ਜਾਂ ਜਜਮੈਂਟ ਦਿੱਤੀ ਹੈ। ਦੂਸਰਾ, ਬਾਈ ਦਾ ਵੇ, ਜੇ ਚਾਹੁੰਦੇ ਹੈ ਕਿ ਆਪਾਂ ਕੈਨੇਡਾ ਤੋਂ ਫੈਡ ਅਪ ਹੋ ਗਏ ਹਾਂ ਕਿ ਕੋਈ ਹੋਰ ਕੰਟਰੀ ਚਾਹੁੰਦੇ ਆ, ਤਾਂ ਫਸਟ ਪ੍ਰਾਇੋਰਟੀ ਐਵੇਂ ਟਾਈਮ ਨਾ ਵੇਸਟ ਕਰਿਓ, ਗੋ ਹੈਡ ਫॉर ਦਾ USA। ਨਾਊਅਡੇਜ਼ USA ਦੀ ਜੋ ਵੀਜ਼ਾ ਰੇਟ ਹੈ ਕੰਪੈਰੀਜ਼ਨ ਲੈਵਲ ਟੂ ਦਾ ਅਦਰ ਕੰਟਰੀਜ਼ ਬਹੁਤ ਬੈਸਟ ਹੈ। ਜੀ ਅਗਲੇ ਕਾਲਰ ਨਾਲ ਨੇ ਸਾਡੇ ਲਾਈਨ ਤੇ ਜੁੜ ਗਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਮੈਮ, ਮੇਰਾ ਨਾਮ ਲੋਕੇਸ਼ ਹੈ ਜੀ। ਹਾਂਜੀ ਲੋਕੇਸ਼ ਜੀ, ਕੀ ਸਵਾਲ ਹੈ ਤੁਹਾਡਾ? ਮੈਂ ਪਟਿਆਲਾ ਤੋਂ ਗੱਲ ਕਰ ਰਿਹਾ, ਮੈਂ ਆਸਟ੍ਰੇਲੀਆ ਦੀ ਫਾਈਲ ਦੇ ਪ੍ਰੋਸੈਸ ਵਾਸਤੇ ਪੁੱਛਣਾ ਚਾਹ ਰਿਹਾ ਸੀਗਾ ਜੀ, ਯੂਨੀਵਰਸਿਟੀ ਵਾਸਤੇ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ ਪਹਿਲਾਂ। ਮੈਮ ਮੈਂ +2 ਕੀਤੀ ਹੈ 2022 ਦੇ ਵਿੱਚ ਰੀਸੈਂਟਲੀ, ਤੇ ਮੇਰਾ ਪਰਸੋਂ ਹੀ ਆਇਲਸ ਦਾ ਰਿਜ਼ਲਟ ਆਇਆ ਜੀ। ਮੇਰੇ ਓਵਰਆਲ 6 ਨੇ ਜੀ, ਤੇ ਨਾਟ ਲੈਸ ਦੈਨ 6 ਸੀ। ਓਕੇ, ਠੀਕ ਹੈ।
ਓਕੇ ਹਾਂਜੀ ਆਸਟ੍ਰੇਲੀਆ। ਲੋਕੇਸ਼ ਜੀ ਤੁਹਾਡੇ ਫਾਦਰ ਕੀ ਕਰਦੇ ਆ? ਸਰ ਬਿਜ਼ਨਸ ਹੈ ਕਲੋਥਿੰਗ ਦਾ ਜੀ। ਠੀਕ ਹੈ ਜੀ। ਜੀਐਸਟੀ ਨੰਬਰ ਵਗੈਰਾ ITR ਵਗੈਰਾ ਭਰ ਰਹੇ ਨੇ ਪ੍ਰੋਪਰ? ਹਾਂਜੀ ਹਾਂਜੀ ਸਰ। ਜੀ ਬਿਲਕੁਲ, ਦੈਟਸ ਗੁੱਡ। ਲੋਕੇਸ਼ ਜੀ, ਇਸ ਪ੍ਰੋਫਾਈਲ ਦੇ ਨਾਲ ਆਸਟ੍ਰੇਲੀਆ ਤੁਹਾਨੂੰ ਵੈਲਕਮ ਕਰਦਾ ਹੈ, ਪਰ ਬਟ ਥੋੜੀ ਜੀਆਂ ਬਰੀਕੀਆਂ ਦੇ ਨਾਲ ਆਪਾਂ ਨੂੰ ਪ੍ਰੋਸੈਸ ਨੂੰ ਕਰਨਾ ਪਊਗਾ। ਹੁਣ ਜਦੋਂ ਵੀ ਗੱਲ ਆਸਟ੍ਰੇਲੀਆ ਦੀ ਤੁਰਦੀ ਹੈ, ਔਰ ਸਟਾਰਟਿੰਗ 'ਚ ਤੁਸੀਂ ਖੁਦ ਹੀ ਕਿਹਾ ਯੂਨੀਵਰਸਿਟੀ, ਜਦੋਂ ਗੱਲ ਤੁਸੀਂ ਆਸਟ੍ਰੇਲੀਆ ਦੇ ਨਾਲ ਯੂਨੀਵਰਸਿਟੀ ਜੋੜ ਦਿੱਤੀ ਤੇ ਸਮਝ ਲਓ ਕਿ ਤੁਹਾਡਾ ਅਗਲਾ ਜਿਹੜਾ ਸਟੈਪ ਹੈਗਾ ਉਹ ਹੈਗਾ GT, ਜੈਨੂਇਨ ਟੈਂਪਰੇਰੀ ਐਂਟਰੈਂਟ। ਹੁਣ ਫਸਟ ਆਫ ਆਲ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ, ਕੋਈ ਰੁਪਏ ਦਾ ਗੈਪ ਨਹੀਂ ਹੈ, ਬੈਂਡ ਸਕੋਰ ਵੱਲੋਂ ਕੋਈ ਕਮੀ ਨਹੀਂ ਹੈ। ਹੁਣ ਦਿੱਕਤ ਕਿੱਥੇ ਹੈ? ਇੱਥੇ GT ਨੂੰ ਲੈ ਕੇ। ਜੇ ਤੁਸੀਂ ਲੋਕੇਸ਼ ਜੀ, ਤੁਹਾਡੇ ਫਾਦਰ ਸਾਹਿਬ GT ਦੇ ਜਿਹੜੇ ਫਾਈਨੈਂਸ਼ੀਅਲ ਸਪੋਰਟ ਦੇ ਐਵੀਡੈਂਸਿਸ ਹੈਗੇ ਆ, ਰਿਸੋਰਸਿਸ ਹੈਗੇ ਆ, ਓਰੀਜਨ ਹੈਗਾ ਉਸ ਚੀਜ਼ ਦਾ, ਜੇ ਉਸ ਚੀਜ਼ ਨੂੰ ਕਲੀਅਰ ਕਰਵਾਉਣ ਦੇ ਵਿੱਚ ਪ੍ਰੋਪਰ ਪੇਪਰ ਵਰਕ ਦੇ ਦਿੰਦੇ ਆ ਤੇ ਦੈਨ ਡੈਫੀਨਿਟਲੀ ਯੂ ਗੈਟ ਦਾ 110% ਵੀਜ਼ਾ। ਹੁਣ ਜਦੋਂ GT ਦੇ ਵਿੱਚ ਜੇ ਤੁਹਾਨੂੰ ਗੱਲ ਦੱਸੀਏ ਕਿ ਆਪਾਂ ਲੈਵਲ 1 ਜਾਂ ਲੈਵਲ 2 ਦੀ ਯੂਨੀਵਰਸਿਟੀ ਵੀ ਲੈਣੇ ਆ, ਮਿਨੀਮਮ ਤੁਹਾਨੂੰ 30 ਤੋਂ 35-40 ਲੱਖ ਦੇ ਫੰਡਸ ਚਾਹੀਦੇ ਆ ਕਿ ਜਿਨ੍ਹਾਂ ਨੂੰ ਪ੍ਰੋਪਰ ਵੇਰਵਾ ਜਸਟੀਫਾਈ ਹੋਊਗਾ। ਬਾਕੀ ਇਸੇ ਲਈ ਵੀ ਹੈਡ ਅ ਪਾਰਟਿਕੂਲਰ ਇੰਡੀਵਿਜੂਅਲ ਡਿਪਾਰਟਮੈਂਟ ਜਿਹਦਾ ਕੰਮ ਹੀ ਸਿਰਫ GT ਕਲੀਅਰ ਕਰਵਾਉਣਾ। ਹੁਣ ਬਿਕੋਜ਼ ਮੰਨ ਕੇ ਚਲੋ ਇੱਕ ਆਫਿਸਰ ਉੱਤੇ ਯਾਰ ਹਰ ਬੰਦਾ ਰਲੇ ਮਿਲੇ ਕੰਮ ਕਰ ਰਿਹਾ। ਹੁਣ ਇੱਕ ਬੰਦਾ ਜਿਹਦਾ ਮੇਰਾ ਕੰਮ ਹੀ ਆਇਆ ਹੈ ਕਿ ਪਿਛਲੇ 5 ਸਾਲਾਂ ਤੋਂ ਕਿ ਸਵੇਰੇ 9:30 ਤੋਂ ਲੈ ਕੇ 6 ਤੱਕ ਸਿਰਫ ਮੈਂ GT ਦੇ ਵਿੱਚ ਹੀ ਕੰਮ ਕਰਨਾ ਹੈ, GT ਉੱਤੇ ਹੀ ਕੰਮ ਕਰਨਾ ਹੈ, ਉਸ ਬੰਦੇ ਦੀ ਸਪੈਸ਼ਲਾਈਜੇਸ਼ਨ ਵਧ ਜਾਂਦੀ ਹੈ। ਬਿਕੋਜ਼ ਇਹ ਵੀ ਬਹੁਤ ਪਲੱਸ ਪੁਆਇੰਟ ਹੈ। ਬਾਕੀ ਲੋਕੇਸ਼ ਜੀ ਡੈਫੀਨਿਟਲੀ ਤੁਹਾਡਾ ਇਹਦਾ ਆ ਜਾਊਗਾ। ਇੱਕ ਵਾਰੀ ਤੁਸੀਂ ਆਪਣੀ ਪ੍ਰੋਫਾਈਲ ਸਾਡੇ ਨਾਲ ਸ਼ੇਅਰ ਕਰੋ, ਜੋ GT ਦੇ ਪੇਪਰ ਹੈ ਕਰੰਟਲੀ ਕੀ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਆਪਸ਼ਨਸ ਹੈ ਉਹ ਤੁਹਾਨੂੰ ਪ੍ਰੋਪਰ ਦਿੱਤੇ ਜਾਣਗੇ ਜੀ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜਗਵਿੰਦਰ ਗੱਲ ਕਰ ਰਹੇ ਹਾਂ ਜੀ ਮੁੰਬਈ ਤੋਂ। ਹਾਂਜੀ ਜਗਵਿੰਦਰ ਜੀ, ਕੀ ਸਵਾਲ ਹੈ? ਮੇਰਾ ਜੀ ਆਸਟ੍ਰੇਲੀਆ ਦੇ ਵਾਸਤੇ ਹੈਗਾ। ਮੇਰੀ ਆਸਟ੍ਰੇਲੀਆ 'ਚ ਨਹੀਂ ਰਿਫਿਊਜ਼ਲ ਆਈ ਹੈ ਜੀ। ਕਿਹੜੇ ਈਅਰ ਵਿੱਚ ਆਈ ਹੈ ਰਿਫਿਊਜ਼ਲ? ਮੇਰੀ ਇਸੇ ਸਾਲ ਦੇ ਵਿੱਚ ਆਈ ਹੈ ਜੀ। ਓਕੇ ਠੀਕ ਹੈ, ਆਪਣੀ ਪ੍ਰੋਫਾਈਲ ਦੱਸ ਦਿਓ। ਮੈਂ ਜੀ +2 ਕੀਤੀ ਸੀ 2020 ਦੇ ਵਿੱਚ। ਓਕੇ ਔਰ ਮੇਰੇ 85% ਨੰਬਰ ਸੀਗੇ। ਠੀਕ ਹੈ। ਆਇਲ ਸਕੋਰ? ਆਇਲ ਸਕੋਰ ਮੈਮ ਮੇਰਾ 6 ਸੀਗਾ 4 ਦੇ ਵਿੱਚ। ਓਕੇ 6 ਈਚ 6 ਓਵਰਆਲ। ਹਾਂਜੀ ਜਗਵਿੰਦਰ ਜੀ, ਤੁਸੀਂ ਜਿਹੜਾ ਆਸਟ੍ਰੇਲੀਆ ਤੋਂ ਰਿਫਿਊਜ਼ ਹੋਏ ਹੋ, ਯੂਨੀਵਰਸਿਟੀ ਰਿਫਿਊਜ਼ ਹੋਏ ਹੋ, ਕਾਲਜ ਰਿਫਿਊਜ਼ ਹੋਏ ਹੋ? ਸਰ ਯੂਨੀਵਰਸਿਟੀ ਸੀਗੀ ਸਰ, ਫੈਡਰੇਸ਼ਨ ਪੈਕੇਜ ਵਗੈਰਾ ਤਾਂ ਨਹੀਂ ਕੀਤਾ ਸੀ ਕੁਝ? ਹਾਂਜੀ ਪੈਕੇਜ ਵਗੈਰਾ ਕੀਤਾ ਸੀ ਜਾਂ ਖੁਦ ਆਪ ਫੀਸ ਵਸ ਪੈਕੇਜ ਕੀਤਾ ਸੀ? ਓਕੇ ਦੇਖੋ ਜਗਵਿੰਦਰ ਜੀ, ਇਹ ਜੋ ਤੁਸੀਂ ਮੇਰੇ ਕੋ ਕੁਐਸਚਨ ਪੁੱਟ ਕਰ ਰਹੇ ਹੋ, ਇਹ ਅਸੀਂ ਬੜੇ ਨੰਬਰ ਆਫ ਸ਼ੋਜ਼ ਦੇ ਵਿੱਚ ਇਸ ਚੀਜ਼ ਦਾ ਆਨਸਰ ਦੇ ਚੁੱਕੇ ਹਾਂ। ਬਿਲਕੁਲ ਕਿ ਪੈਕੇਜ ਤੋਂ ਜਿੰਨਾ ਹੋ ਸਕਦਾ ਬਚੋ। ਬਚੋ, ਜਿੱਦਾਂ ਬਿਨੂ ਢਿੱਲੋਂ ਕਹਿੰਦਾ ਨਾ, ਬਚੋ ਮੇਰੇ ਤੋਂ ਬਚੋ, ਸੇਮ ਇਸ ਚੀਜ਼ ਤੋਂ ਬਚੋ ਜੀ। ਐਕਚੁਅਲੀ ਕਾਰਨ ਕੀ ਹੈ? ਦੇਖੋ ਹੁਣ ਇੱਕ ਏਜੰਟ ਹੈ, ਉਹ ਬੱਚੇ ਦਾ ਯੂਨੀਵਰਸਿਟੀ ਆਫ ਜਿੱਦਾਂ ਫੈਡਰੇਸ਼ਨ ਯੂਨੀਵਰਸਿਟੀ ਤੋਂ ਆਫਰ ਲੈਟਰ ਮੰਗਵਾ ਦਿੰਦਾ। ਤੁਸੀਂ ਕਿਵੇਂ ਜਸਟੀਫਾਈ ਕਹਿ ਲਓ ਕਿ ਕਹਿੰਦੇ ਨਾ ਅੱਖੀ ਦਿੱਖੀ ਜ਼ਹਿਰ ਨਹੀਂ ਖਾਦਾ ਜਾਂਦਾ, ਕਿਵੇਂ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਸਕਦੇ ਹੋ ਕਿ ਯਾਰ ਕਿ ਥਰਡ ਪਾਰਟੀ ਫੰਡਸ ਦੇ ਉੱਤੇ ਯੂਨੀਵਰਸਿਟੀ ਤੁਹਾਡੀ GT ਕਲੀਅਰ ਕਰ ਦੂਗੀ? ਹਾਊ ਇਜ਼ ਇਟ ਪੋਸੀਬਲ? ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿ ਯਾਰ ਮੈਂ ਮੰਨਦਾ, ਚਲੋ ਮੈਂ ਹੀ ਕਿਸੇ ਨੂੰ ਆਫਰ ਲੈਟਰ ਦੇਤਾ, ਉਹਨੂੰ ਕਹਿਤਾ ਬਾਈ ਤੇਰਾ ਮੇਰਾ ਪੈਕੇਜ ਹੈ, ਮੈਂ ਯੂਨੀਵਰਸਿਟੀ ਤੋਂ GT ਵੀ ਕਲੀਅਰ ਕਰਵਾ ਦੂੰਗਾ। ਐਕਚੁਅਲੀ ਕੁਝ ਕੁ ਏਜੰਟ ਹੈ ਉਹ ਕੀ ਕਰਦੇ ਆ ਕਿ ਬੱਚੇ ਦਾ ਆਫਰ ਲੈਟਰ ਤਾਂ ਯੂਨੀਵਰਸਿਟੀ ਤੋਂ ਮੰਗਵਾ ਦਿੰਦੇ ਆ, ਉਸ ਤੋਂ ਬਾਅਦ ਫਾਈਲਿੰਗ ਜਿਹੜੀ ਕਰਦੇ ਆ ਇੱਕੋ ਕਾਲਜ ਲੈਵਲ ਤੇ ਕਰਦੇ ਆ। ਹੁਣ ਤਾਂ ਮੇਰੇ ਸਾਹਮਣੇ ਤੇ ਇਹਨਾਂ ਨੇ ਮੈਨੂੰ ਆਫਰ ਲੈਟਰ ਦਿੱਤਾ ਯੂਨੀਵਰਸਿਟੀ ਦਾ, ਮੈਂ ਕੱਲ ਨੂੰ ਕਿਸੇ ਵੀ ਦਰਵਾਜ਼ੇ ਤੇ ਜਾਊਂਗਾ ਇਮੀਗ੍ਰੇਸ਼ਨ ਦੇ, ਉਹਨਾਂ ਨੂੰ ਤਾਂ ਇਹੀ ਕਹੂੰਗਾ ਕਿ ਭਾਈ ਸਾਹਿਬ ਮੇਰਾ ਤਾਂ ਯੂਨੀਵਰਸਿਟੀ ਤੋਂ ਰਿਫਿਊਜ਼ ਹੈ। ਐਕਚੁਅਲੀ ਜਗਵਿੰਦਰ ਜੀ, ਫਸਟ ਆਫ ਆਲ ਪਹਿਲੇ ਤਾਂ ਤੁਸੀਂ ਦੱਸੋ ਸਾਨੂੰ ਆਪਣਾ ਰਿਫਿਊਜ਼ਲ ਲੈਟਰ। ਔਰ ਕਈ ਵਾਰੀ ਕਿਹਾ ਹੁੰਦਾ ਜਦੋਂ ਬੱਚਾ ਰਿਫਿਊਜ਼ ਹੋ ਜਾਂਦਾ, ਜਿਹੜੇ ਪੈਕੇਜ ਵਾਲੇ ਜ਼ਿਆਦਾਤਰ ਬੱਚੇ ਨੂੰ ਰਿਫਿਊਜ਼ਲ ਲੈਟਰ ਹੀ ਨਹੀਂ ਦਿੰਦੇ। ਬਿਲਕੁਲ ਪਤਾ ਨਹੀਂ ਉਹਨਾਂ ਨੇ ਕੀ 2020 ਤੋਂ ਬਾਅਦ ਉਹਨੂੰ IT ਇੰਜੀਨੀਅਰ ਸ਼ੋ ਕੀਤਾ ਦਾ ਜਾਂ MBBS ਡਾਕਟਰ। ਸੋ ਪ੍ਰੋਪਰ ਐਕਚੁਅਲੀ ਜੇ ਤੁਸੀਂ ਪੈਕੇਜ ਕਰਨਾ ਵੀ ਹੈ ਯਾਰ, ਟ੍ਰਾਂਸਪੇਰੈਂਸੀ ਦਾ ਰੇ ਕਿ ਤੁਹਾਡੀ ਫਾਈਲ ਦਾ ਕਹਿ ਲਓ ਕਿ ਤੁਹਾਡਾ ਪ੍ਰੋਸੈਸ ਚੱਲ ਕੀ ਹੋਇਆ, ਕਿੱਥੋਂ ਆਫਰ ਲੈਟਰ ਆਇਆ, ਕਿੱਦਾਂ ਫੰਡਸ ਹੋਇਆ, ਕਿਵੇਂ ਕੁਝ ਨਹੀਂ ਹੋਇਆ। ਸੋ ਪ੍ਰੋਪਰਲੀ ਕੋਈ ਵੀ ਸਟੈਪ ਕਰਦੇ ਹੋ ਉਹਨੂੰ ਇੱਕ ਪ੍ਰੀ ਅਸੈਸ ਕਰਨਾ ਜ਼ਰੂਰੀ ਹੈ। ਜਿਵੇਂ ਕਹਿੰਦੇ ਕਿ ਆਸਟ੍ਰੇਲੀਆ 'ਚ ਤੁਸੀਂ ਇੱਕ ਵਾਰ ਰਿਫਿਊਜ਼ ਹੋ ਜਾਓ ਤੇ ਦੁਬਾਰਾ ਚਾਂਸਸ ਘਟ ਜਾਂਦੇ ਆ। ਚਲੋ ਮੇਰਾ ਤਾਂ ਇਸ ਚੀਜ਼ ਦਾ ਮੰਨਣਾ ਨਹੀਂ ਹੈ ਕਿ ਆਪਾਂ ਬਿਕੋਜ਼ ਨੰਬਰ ਆਫ ਕੇਸਿਸ 'ਚ ਅਸੀਂ ਸੈਕੰਡ ਅਟੈਂਪਟ ਦੇ ਵਿੱਚ ਵੀਜ਼ੇ ਗੈਟ ਕੀਤੇ ਆ, ਪਰ ਬਟ ਇੱਕ ਵਾਰ ਪ੍ਰੋਫਾਈਲ ਤਾਂ ਖਰਾਬ ਹੋ ਗਈ। ਬਿਲਕੁਲ ਰਿਫਿਊਜ਼ਲ ਤੇ ਲੱਗ ਗਈ, ਮੇਰਾ ਰਿਕਾਰਡ ਤਾਂ ਉੱਥੇ ਚਲਾ ਗਿਆ। ਸੋ ਜਗਵਿੰਦਰ ਜੀ, ਫਸਟ ਆਫ ਆਲ ਹੋ ਸਕੇ ਤਾਂ ਆਪਣਾ ਰਿਫਿਊਜ਼ਲ ਲੈਟਰ ਸੈਂਡ ਕਰੋ, ਪ੍ਰੋਫਾਈਲ ਸੈਂਡ ਕਰੋ, ਜੇ ਤੁਹਾਡੇ ਕੋਲ ਇੰਨੀ ਅਕਾਊਂਟ ਦੀ ਡਿਟੇਲ ਹੈਗੀ ਹੈ ਉਹ ਸੈਂਡ ਕਰੋ ਸਾਨੂੰ, ਅਸੀਂ ਦੇਖ ਸਕਦੇ ਹਾਂ ਕਿ ਪ੍ਰੋਪਰ ਕਿਸ ਪ੍ਰੋਸੈਸ ਦੇ ਵਿੱਚ ਤੁਹਾਡੀ ਫਾਈਲ ਲੱਗੀ ਹੋਈ ਹੈ। ਜੀ ਮੈਂ ਤੁਹਾਡੇ ਤੋਂ ਇਹ ਵੀ ਸਵਾਲ ਕਰਨਾ ਚਾਹੂੰਗੀ, ਹੁਣ ਜੋ ਤੁਸੀਂ ਬਾਰ-ਬਾਰ ਆਪਾਂ ਗੱਲ ਪੈਕੇਜ ਦੀ ਗੱਲ ਆ ਜਾਂਦੀ ਹੈ ਕਿ ਜਦੋਂ ਆਪਾਂ ਰਿਫਿਊਜ਼ਲ ਦੀ ਗੱਲ ਕਰਦੇ ਹਾਂ, ਸਟੂਡੈਂਟ ਦਾ ਪੈਕੇਜ ਉਸਨੇ ਲਿਆ ਹੁੰਦਾ ਤਾਂ ਰਿਫਿਊਜ਼ਲ ਫੇਸ ਕੀਤੀ ਹੁੰਦੀ ਹੈ। ਆਖਿਰ ਸਹੂਲਤ ਲਈ ਹੀ ਇਮੀਗ੍ਰੇਸ਼ਨ ਕੰਪਨੀਆਂ ਨੇ ਪੈਕੇਜ ਸਿਸਟਮ ਸ਼ੁਰੂ ਕੀਤਾ ਸੀ। ਇਹ ਸਹੂਲਤ ਕਿਵੇਂ ਜੋ ਹੈ ਸਟੂਡੈਂਟਸ ਲਈ ਬਿਪਤਾ ਬਣ ਗਈ? ਜੀ ਬਿਲਕੁਲ, ਜੋ ਪੈਕੇਜ ਸੀ
ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਬੜੇ ਸਹੀ ਟਰੈਕ ਤੇ ਸੀ। ਨਾਊਅਡੇਜ਼ ਜੋ ਇਹ ਟਰੈਕ ਹੈ ਗਲਤ ਹੋ ਗਿਆ। ਜੀ ਮੈਂ ਵਾਲਾ ਨਹੀਂ ਕਹਿੰਦਾ, ਜਿੰਨੇ ਵੀ ਦਰਸ਼ਕ ਇਸ ਟਾਈਮ ਸਾਡਾ ਸ਼ੋਅ ਦੇਖ ਰਹੇ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਤੁਹਾਡੇ 10 ਸੱਜਣ ਬਾਹਰ ਹੈ, ਵਾਲੇ ਨਹੀਂ 10 ਸੱਜਣ ਬਾਹਰ ਹੈ, ਸਾਰਿਆਂ ਨੂੰ ਤੁਸੀਂ ਪੁੱਛ ਲਿਓ ਕਿ ਵੀਰੇ ਯਾਰ ਤੂੰ ਪੈਕੇਜ ਕੀਤਾ ਸੀ ਜਾਂ ਫੀਸ ਆਪਤਾਰੀ ਸੀ, 10 ਦੇ ਵਿੱਚੋਂ 9 ਬੰਦੇ ਉਹ ਟੱਕਰਨਗੇ, ਚਾਹੇ ਉਹ ਯੂਕੇ ਹੈ, ਚਾਹੇ ਕੈਨੇਡਾ, ਚਾਹੇ ਆਸਟ੍ਰੇਲੀਆ, ਕਿਸੇ ਵੀ ਐਨੀਵੇਅਰ ਇਨ ਦਾ ਵਰਲਡ, ਆਲ ਦੇ ਸੇ ਕਿ ਭਾਈ ਜੀ ਅਸੀਂ ਆਪ ਕੀਤਾ ਸੀ। ਇੱਕ ਬੰਦਾ ਸੀ ਜਿਹੜਾ ਕਹੂਗਾ ਵੀਰੇ ਕੀਤਾ ਦਾ ਪੈਕੇਜ ਸੀ, ਜਾਂ ਤਾਂ ਮੈਂ ਰਿਫਿਊਜ਼ ਹੋ ਗਿਆ, ਜੇ ਵੀਜ਼ਾ ਆ ਗਿਆ ਤੇ ਮੈਂ ਟਰੈਵਲ ਨਹੀਂ ਕਰ ਸਕਿਆ, ਜੇ ਮੈਂ ਟਰੈਵਲ ਕਰ ਗਿਆ ਤੇ ਮੈਨੂੰ ਕਾਲਜ ਚੇਂਜ ਕਰਨਾ, ਮਤਲਬ ਕੋਈ ਨਾ ਕੋਈ ਦਿੱਕਤ ਬਣੀ ਰਹਿੰਦੀ ਹੈ ਕਿਉਂਕਿ ਟ੍ਰਾਂਸਪੇਰੈਂਸੀ ਨਹੀਂ ਰਹਿੰਦੀ। ਮੈਂ ਤੁਹਾਨੂੰ ਚੀਜ਼ ਸਮਝਾਣਾ, ਜ਼ਿਆਦਾਤਰ ਅਸੀਂ ਸੁਣਦੇ ਹਾਂ ਕਿ ਯਾਰ ਬੱਚੇ ਨੂੰ 에ਅਰਪੋਰਟ ਤੋਂ ਵਾਪਸ ਭੇਜ ਦਿੱਤਾ। ਹਾਂ, ਕਿਹਨੂੰ ਭੇਜਿਆ ਜਾਂਦਾ? ਜਿਹਨੂੰ ਮੈਨੂੰ ਪਤਾ ਨਹੀਂ ਮੇਰੀ ਫਾਈਲ ਦੇ ਵਿੱਚ ਹੋਇਆ ਕੀ ਹੈ। ਹਾਂ ਬਿਲਕੁਲ। ਹੁਣ ਇੱਕ ਬੱਚਾ ਹੈ ਜਿਹਨੇ ਆਫਰ ਲੈਟਰ ਵੀ ਖੁਦ ਮੰਗਵਾਇਆ, ਆਪਣੇ ਕਾਰਡ ਤੋਂ ਪੇ ਕੀਤਾ, ਟਿਊਸ਼ਨ ਫੀਸ ਵੀ ਆਪਣੇ ਮਾਤਾ ਪਿਤਾ ਦੇ ਖਾਤੇ 'ਚੋਂ ਪੇ ਕੀਤੀ ਹੈ, GIC ਵੀ ਆਪਣੇ ਖਾਤੇ 'ਚੋਂ ਪੇ ਕੀਤੀ ਹੈ, ਉਹਨੂੰ ਪਤਾ ਮੈਡੀਕਲ ਕਰਵਾਉਣ ਵੀ ਉੱਥੇ ਮੈਂ ਗਿਆ ਸੀ, ਯਾਰ ਮੇਰੇ ਫਾਦਰ ਸਾਹਿਬ ਨੇ ਉੱਥੋਂ ਪ੍ਰੋਪਰਟੀ ਵੈਲਿਊਏਸ਼ਨ ਬਣਾਈ ਸੀ, ਇੱਥੋਂ ਸਟਾਂਪ ਵੈਰੀਫਾਈ ਕਰਾਏ ਸੀ। ਬਿਲਕੁਲ ਬਿਲਕੁਲ ਤੁਹਾਨੂੰ ਪ੍ਰੋਪਰ ਪਤਾ ਨਾ? ਪਤਾ ਹੈ ਬਿਲਕੁਲ। ਹੁਣ ਤੁਸੀਂ ਆ ਗਏ ਹੋ ਮੇਰੇ ਨਾਲ ਪੈਕੇਜ ਕਰ ਲਿਆ, ਮੈਂ ਕਹਿਤਾ ਬਾਈ ਜੀ ਪੈਕੇਜ ਕਰ ਲਿਆ, ਹੁਣ ਮੈਂ ਤੁਹਾਨੂੰ ਇੱਕ ਦਿਨ ਦਾ ਬੁਲਾਣਾ ਜਿਸ ਦਿਨ ਤੁਹਾਡੇ ਨਾਲ ਮੈਂ ਰਕਮ ਟੁੱਕੀ ਹੈ, ਦੂਜੇ ਦਿਨ ਬੁਲਾਣਾ ਤੁਹਾਨੂੰ ਜਾਂ ਤੁਹਾਡਾ ਰਿਜ਼ਲਟ ਚੰਗਾ ਆਇਆ ਚਾਹੇ ਮਾੜਾ, ਹੁਣ ਤੁਹਾਨੂੰ ਨਹੀਂ ਪਤਾ ਕਿ ਉਸ ਟਾਈਮ ਦੇ ਵਿੱਚ ਤੁਹਾਡੇ ਨਾਲ ਕੀ ਪਾਣਾ ਵਾਪਰਿਆ। ਸੋ ਇਹ ਬਹੁਤ ਦੇਖੋ ਨਾ, ਮੈਂ ਨਹੀਂ ਕਹਿ ਰਹਾ ਕਿ ਸਹੂਲਤ ਹੈ, ਬਿਕੋਜ਼ ਮੈਂ ਵੀ ਕਿਤੇ ਬਾਹਰ ਜਾਣਾ ਚਾਹੂੰਗਾ, ਮੈਂ ਪ੍ਰੋਪਰ ਆਪਣੀ ਸੇਫ ਸਾਈਡ ਲੈਣਾ ਚਾਹੂੰਗਾ ਕਿ ਬਾਈ ਜੀ ਵੀਜ਼ਾ ਆ ਗਿਆ, ਜਿੱਥੇ ਤੁਸੀਂ ਇੰਨੇ ਮੰਗ ਰਹੇ ਹੋ 2 ਰੁਪਏ ਫालतू ਚੱਕੋ, ਬਿਕੋਜ਼ ਸਾਰੀ ਦੁਨੀਆ ਦਾ ਹੀ ਇਸ ਟਾਈਮ ਜੋ ਮੋਟੋ ਹੈ ਇਸ ਪੈਟਰਨ ਦੇ ਉੱਤੇ ਜਾਣਾ ਚਾਹੁੰਦੇ ਆ। ਪਰ ਬਟ ਪੈਕੇਜ ਕਰੋ, ਹੋ ਸਕੇ ਤਾਂ ਸੈਮੀ ਪੈਕੇਜ ਕਰੋ ਕਿ ਦੋਨੋਂ ਪਾਰਟੀਆਂ ਕਹਿੰਦੇ ਨਾ ਕਿ ਤਾੜੀ ਇੱਕ ਹੱਥ ਨਾਲ ਦੋਨਾਂ ਹੱਥਾਂ ਨਾਲ ਵੱਜੇ, ਜਾਂ ਤੁਸੀਂ ਪੈਕੇਜ ਕਰ ਰਹੇ ਹੋ ਤੁਹਾਡੇ ਨਾਲ ਪ੍ਰੋਪਰ ਕਲੈਰਿਟੀ ਹੋਏ। ਹੁਣ ਜਿਵੇਂ ਮੈਮ ਅਸੀਂ ਪੈਕੇਜ ਕਰਦੇ ਹਾਂ, ਸਾਡਾ ਪ੍ਰੋਪਰ ਕਲਾਇੰਟ ਦੇ ਨਾਲ ਐਗਰੀਮੈਂਟ ਹੁੰਦਾ ਹੈ ਕਿ ਭਾਜੀ ਤੁਹਾਡਾ ਪੈਕੇਜ ਕਰ ਰਹੇ ਹਾਂ, ਇੰਨੀ ਅਮਾਉਂਟ ਹੈ ਜੀ, ਇਹ ਤੁਹਾਡਾ ਆਫਰ ਲੈਟਰ ਮੰਗਵਾਇਆ, ਇਹਦੇ 'ਚ ਹੀ ਫਾਈਲ ਲੱਗੂਗੀ। ਹਾਂ ਬਿਲਕੁਲ ਬਿਲਕੁਲ। ਵੀਜ਼ਾ ਆਊਗਾ ਇਦਾਂ, ਬਿਕੋਜ਼ ਦੇਖੋ ਇੱਕ ਨੋ ਡਾਊਟ ਸਾਨੂੰ ਲੋਕੀ ਕਹਿੰਦੇ ਯਾਰ ਭਾਜੀ ਤੁਹਾਡਾ ਪੈਕੇਜ 50,000 ਰੁਪਇਆ 30,000 ਰੁਪਇਆ ਮਹਿੰਗਾ ਹੈ। ਹੁਣ ਗੱਲ ਮਹਿੰਗੇ ਦੀ ਨਹੀਂ ਹੈ, ਮੈਂ ਇੱਕ ਚੀਜ਼ ਸਮਝਾਉਣਾ ਚਾਹੁੰਦਾ, ਇੱਕ ਕੋਰਟ ਹੈ, ਇੱਕ ਕੋਰਟ ਦੇ ਵਿੱਚ ਇੱਕ ਵਕੀਲ ਕੰਮ ਕਰ ਰਿਹਾ ਹੈ, ਉੱਥੇ ਲੈਂਦਾ 500 ਰੁਪਇਆ, ਉਸੇ ਕੋਰਟ ਦੇ ਵਿੱਚ ਇੱਕ ਵਕੀਲ ਲੈ ਰਿਹਾ 5,000 ਰੁਪਇਆ, ਉਸੇ ਕੋਰਟ ਦੇ ਵਿੱਚ ਇੱਕ ਵਕੀਲ ਲੈ ਰਿਹਾ 50,000 ਤੇ ਉਸੇ ਕੋਰਟ ਦੇ ਵਿੱਚ ਇੱਕ ਵਕੀਲ ਲੈ ਰਿਹਾ 5 ਲੱਖ। ਬਿਲਕੁਲ, ਜਿਹੜਾ ਕੰਮ 5 ਲੱਖ ਵਾਲੇ ਵਕੀਲ ਨੇ ਕਰ ਦੇਣਾ ਉਹ 550,000 ਜਾਂ 5 ਰੁਪਏ ਵਾਲੇ ਨੇ ਨਹੀਂ ਕਰਨਾ। ਬਿਲਕੁਲ ਬਿਲकुल। ਸੋ ਬਹੁਤ ਸਾਰੀਆਂ ਚੀਜ਼ਾਂ ਜੋ ਦਿਖਤਾ ਹੈ ਉਹ ਬਿਕਤਾ ਹੈ, ਤੇ ਬਹੁਤ ਸਾਰੀਆਂ ਚੀਜ਼ਾਂ ਕਹਿ ਲਉਂਦੇ ਨਾ ਕਿ ਇੱਕ ਕੁਆਲਿਟੀ ਆਫ ਦਾ ਸਰਵਿਸਿਜ਼ ਡੈਫੀਨਿਟਲੀ ਮੈਟਰਸ ਅ ਲੋਟ। ਬਿਲਕੁਲ ਬਿਲਕੁਲ। ਸੋ ਇਸ ਲਈ ਅਸੀਂ ਵੀ ਹਮੇਸ਼ਾ ਪ੍ਰੋਗਰਾਮ ਦੇ ਜ਼ਰੀਏ ਹੀ ਸੁਨੇਹਾ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਅਵੇਅਰ ਰਿਹਾ ਕਰੋ, ਚੀਜ਼ਾਂ ਨੂੰ ਸਮਝਿਆ ਕਰੋ, ਸਵਾਲ ਕਰਿਆ ਕਰੋ, ਜਿਸ ਵੀ ਕੰਸਲਟੈਂਟ ਨੂੰ ਦੇ ਹੱਥਾਂ ਵਿੱਚ ਤੁਸੀਂ ਆਪਣਾ ਫਿਊਚਰ ਸੌਂਪਦੇ ਹੋ, ਸੋ ਸਵਾਲ ਕਰਿਆ ਕਰੋ, ਜਾਣਿਆ ਕਰੋ ਕਿ ਸਾਡਾ ਪ੍ਰੋਸੈਸ ਕਿਸ ਤਰੀਕੇ ਨਾਲ ਚੱਲ ਰਿਹਾ, ਕੀ ਚੀਜ਼ਾਂ ਐਡ ਕੀਤੀਆਂ ਜਾ ਰਹੀਆਂ ਨੇ, ਕਿਵੇਂ ਤੁਹਾਡੀ ਪ੍ਰੋਫਾਈਲ ਨੂੰ ਸਟਰੋਂਗ ਬਣਾਇਆ ਜਾ ਰਿਹਾ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸ਼ੋਅ ਵਿੱਚ ਆ ਕੇ ਤੁਸੀਂ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਜਾਣ ਤੋਂ ਪਹਿਲਾਂ ਉਹਨਾਂ ਸਟੂਡੈਂਟਸ ਨਾਲ ਵੀ ਮਿਲਵਾਉਂਦੇ ਹਾਂ ਜਿਨ੍ਹਾਂ ਨੇ SS ਮੋਹਾਲੀ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ, ਉਹਨਾਂ ਦਾ ਵੀਜ਼ਾ ਆ ਚੁੱਕਿਆ ਹੈ, ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ, ਅੱਜ ਦੇ ਦਿਨ ਦਾ ਅਸੀਂ ਚੌਥਾ ਵੀਜ਼ਾ ਕੈਨੇਡਾ ਦਾ ਅਪਰੋਚ ਕਰ ਰਿਹਾ। ਇਹ ਨੇ ਵਿਸ਼ੂ ਸ਼ਰਮਾ ਫਰੋਮ ਸਿਰਸਾ, ਇਹ ਸਾਡੇ ਕੋਲ ਆਉਂਦੇ ਹੈ, ਇਹਨਾਂ ਦਾ ਅਸੀਂ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਅਪਲਾਈ ਕਰਦੇ ਆ ਸੈਂਟ ਕਲੇਅਰ ਕਾਲਜ ਦੀ। ਤੋ ਸੋ ਅੱਜ ਇਹਨਾਂ ਦਾ ਵੀਜ਼ਾ ਆ ਜਾਂਦਾ, ਸੋ ਬਹੁਤ ਬਹੁਤ ਮੁਬਾਰਕਾਂ ਵਿਸ਼ੂ ਜੀ, ਤੁਹਾਡਾ ਵੀਜ਼ਾ ਆ ਗਿਆ। ਜੋ ਤੁਹਾਡਾ ਸਾਡੀ ਕੰਪਨੀ ਦੇ ਨਾਲ ਐਕਸਪੀਰੀਅੰਸ ਰਿਹਾ, ਕਿਵੇਂ ਤੁਸੀਂ ਸਾਡੀ ਕੰਪਨੀ ਬਾਰੇ ਜਾਣਿਆ, ਕਿਵੇਂ ਤੁਸੀਂ ਆਏ, ਕਿਵੇਂ ਤੁਹਾਨੂੰ ਗਾਈਡ ਕੀਤਾ, ਉਹ ਸਾਡੇ ਵਿਊਜ਼ ਨਾਲ ਪ੍ਰੋਪਰ ਕਲੀਅਰ ਕਰੋ ਇੱਕ ਵਾਰ। ਥੈਂਕ ਯੂ। ਐਕਚੁਅਲੀ ਸਰ ਮੇਰਾ ਪਹਿਲਾਂ ਆਸਟ੍ਰੇਲੀਆ ਦਾ ਰਿਫਿਊਜ਼ਲ ਸੀਗਾ, ਬਟ ਮੈਨੂੰ ਆਪਣੇ ਅੰਕਲ ਦੇ ਥਰੂ ਪਤਾ ਲੱਗਿਆ, ਮੇਰਾ ਗੈਪ ਹੀ ਸੀਗਾ ਪਿਛਲੇ, ਮੈਨੂੰ ਆਪਣੇ ਅੰਕਲ ਦੇ ਥਰੂ ਪਤਾ ਲੱਗਿਆ ਤੁਹਾਡੀ ਫਰੰਟੀਅਰ ਇਮੀਗ੍ਰੇਸ਼ਨ ਦੇ ਬਾਰੇ, ਤਾਂ ਮੈਂ ਇੱਥੇ ਆਇਆ, ਮੈਨੂੰ ਮੇਰੇ ਸਰ ਨੇ ਗਾਈਡ ਕੀਤਾ, ਤੁਸੀਂ ਮਿਲੇ, ਮੈਂ ਆਪਣੀ ਸਾਰੀ ਪ੍ਰੋਫਾਈਲ ਤੁਹਾਡੇ ਨਾਲ ਸ਼ੇਅਰ ਕੀਤੀ। ਓਕੇ, ਉਸ ਤੋਂ ਬਾਅਦ ਤੁਸੀਂ ਮੈਨੂੰ ਸੈਂਟ ਕਲੀਅਰ ਲਈ ਆਫਰ ਲੈਟਰ ਮੰਗਾ ਕੇ ਦਿੱਤਾ ਤੇ ਪ੍ਰੋਫਾਈਲ ਲਈ। ਨਾਓ ਟੁਡੇ ਆਈ ਗੋਟ ਮਾਈ ਵੀਜ਼ਾ, ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇੱਧਰੋਂ ਆਪਣਾ ਵੀਜ਼ਾ ਲਿਆ। ਮੇਰਾ ਬੈਂਡ ਸਕੋਰ ਸੀਗਾ ਜਿਹੜਾ 6.5 ਸੀਗਾ, ਤਾਂ ਹੀ ਮੇਰਾ ਸਾਰਾ ਪ੍ਰੋਪਰ ਕੰਮ ਹੋਇਆ, ਸਾਰੇ ਮੇਰੇ ਡਾਕੂਮੈਂਟੇਸ਼ਨ ਪ੍ਰੋਪਰਲੀ ਹੋਏ, ਅੱਜ ਮੈਂ ਆਪਣਾ ਵੀਜ਼ਾ ਮੈਨੂੰ ਮਿਲ ਗਿਆ। ਅੱਜ ਸਾਡੇ ਨਾਲ ਜੁੜੇ ਹੋਏ ਆ ਗੁਰਪ੍ਰੀਤ ਸਿੰਘ ਜੀ, ਜੋ ਚੰਡੀਗੜ੍ਹ ਤੋਂ ਹੀ ਹੈ, ਇਹ ਸਾਡੇ ਕੋਲ ਆਉਂਦੇ ਆ ਤੇ ਕਲਚਰ ਐਕਸਚੇਂਜ ਦਾ ਵੀਜ਼ਾ ਆ ਗਿਆ। ਸੋ ਪਹਿਲੇ ਤਾਂ ਇਹਨਾਂ ਨੂੰ ਵੀਜ਼ਾ ਹੈਂਡਓਵਰ ਕਰਦੇ ਆ। ਸੋ ਗੁਰਪ੍ਰੀਤ ਜੀ ਬਹੁਤ ਬਹੁਤ ਮੁਬਾਰਕਾਂ, ਤੁਹਾਡਾ ਵੀਜ਼ਾ ਆ ਗਿਆ। ਤੁਹਾਡਾ ਸਾਡੀ ਕੰਪਨੀ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ, ਕਿਵੇਂ ਸਾਡੀ ਕੰਪਨੀ ਬਾਰੇ ਤੁਸੀਂ ਜਾਣਦੇ ਹੋ, ਉਹ ਸਾਡੇ ਵਿਊਅਰਸ ਦੇ ਨਾਲ ਥੋੜਾ ਸ਼ੇਅਰ ਕਰਿਓ। ਸਾਡਾ ਜੀ ਇਹਨਾਂ ਨਾਲ ਆਪਾਂ ਟੀਵੀ ਤੇ ਐਡ ਦੇਖੀ ਸੀਗੀ, ਟੀਵੀ ਦੀ ਐਡ ਤੇ ਦੇਖ ਕੇ ਆਪਾਂ ਇਹਨਾਂ ਤੱਕ ਪਹੁੰਚੇ ਹਾਂ, ਤੇ ਸਾਡੇ ਚਾਚਾ ਜੀ ਨੇ ਵੀ ਇੱਥੇ ਤੋਂ ਆਪਣਾ ਵੀਜ਼ਾ ਲਗਵਾਇਆ ਸੀਗਾ, ਤੇ ਉਹਨਾਂ ਦਾ ਵੀ ਮਤਲਬ ਉਹਨਾਂ ਨੇ ਸਾਨੂੰ ਗਾਈਡ ਕਰਿਆ ਸੀਗਾ, ਤੇ ਵੀ ਆਪਾਂ ਇਹਨਾਂ ਐਡ ਦੇਖ ਕੇ ਚਾਚਾ ਜੀ ਦੇ ਨਾਲ ਮਿਲ ਕੇ ਇੱਥੇ ਤੱਕ ਪਹੁੰਚੇ, ਇਹਨਾਂ ਨੇ ਸਾਡਾ ਵੀਜ਼ਾ ਲਗਵਾਇਆ। ਆਪਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ, ਇਹਨਾਂ ਨੇ ਸਾਡਾ ਵੀਜ਼ਾ ਸਕਸੈਸ ਕਰਵਾਇਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਇੰਦਰਜੀਤ ਸਿੰਘ ਹੈ,
ਮਹਿਲਕਲਾਂ ਬਰਨਾਲੇ ਤੋਂ ਮੈਂ ਬਿਲੋਂਗ ਕਰਦਾ। ਮੈਂ +2 2019 ਵਿੱਚ ਕੀਤੀ ਸੀਗੀ। ਉਸ ਤੋਂ ਬਾਅਦ ਮੇਰੀ ਆਈਟੀ ਸੀ ਵਿਦਆਊਟ ਆਈਲੈਟਸ ਤੋਂ ਬਗੈਰ ਇਹਨਾਂ ਨੇ ਵੀਜ਼ਾ ਲਗਾ ਕੇ ਦਿੱਤਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ। ਜੀ ਬਿਲਕੁਲ, ਇਸ ਟਾਈਮ ਜੋ ਕ੍ਰੇਜ਼ ਚੱਲ ਰਿਹਾ, ਹਰ ਕੋਈ ਬੱਚਾ ਕਹਿ ਰਿਹਾ ਕਿ ਯਾਰ ਯੂਕੇ ਜਾਂ ਅਫਵਾਹਾਂ ਚੱਲੀਆਂ ਹੋਈਆਂ ਕਿ ਯੂਕੇ ਵਿਦਆਊਟ ਆਈਲੈਟਸ ਵੀਜ਼ਾ ਨਹੀਂ ਦੇ ਰਿਹਾ ਜਾਂ ਕੁਝ ਵੀ ਹੈਗਾ। ਸੋ ਨੈਵਰ, ਇਹ ਤੁਹਾਡੇ ਸਾਹਮਣੇ ਹੈ ਕਿ ਇੰਦਰ ਵਿਦਆਊਟ ਆਈਲੈਟਸ ਆਪਾਂ ਇਹਨਾਂ ਦਾ ਵੀਜ਼ਾ ਲੈ ਲਿਆ। 2019 ਦੀ ਇਹਨਾਂ ਦੀ 12ਵੀਂ ਹੈ, ਉਸ ਤੋਂ ਬਾਅਦ ਆਈਟੀਆਈ ਸੀ, ਪਰ ਉਸ ਤੋਂ ਬਾਅਦ ਇਹਦਾ ਕੰਡੀਸ਼ਨ ਕੀ ਸੀ ਕਿ ਯਾਰ ਆਈਲੈਟਸ ਨਹੀਂ ਹੈਗੀ, ਕਿਉਂਕਿ ਜਦੋਂ ਵੀ ਸਾਡੇ ਕੋਲ ਆਉਂਦੇ ਆ, ਜਦੋਂ ਕੋਈ ਵੀ ਬੱਚਾ ਵਿਦਆਊਟ ਆਈਲੈਟਸ ਹੁੰਦਾ, ਬਿਕੋਜ਼ ਇੱਕ ਸਾਡੀ ਲੈਂਗੁਏਜ ਟੰਗ ਦਾ ਇੱਕ ਬੈਰੀਅਰ ਹੈ ਯੂਕੇ ਦੇ ਨਾਲ ਸਾਡੇ ਨਾਲ, ਬਟ ਫਿਰ ਵੀ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ। ਅੱਜ ਇਹਨਾਂ ਦਾ ਵਿਦਆਊਟ ਆਈਲੈਟਸ ਵੀਜ਼ਾ ਆ ਗਿਆ ਤੇ ਮੈਂ ਮਹਾਰਾਜ ਅੱਗੇ ਪ੍ਰਾਰਥਨਾ ਕਰਦਾ ਕਿ ਉੱਥੇ ਜਾ ਕੇ ਆਪਣੀ ਤਰੱਕੀ ਦੇ ਰਾਹ ਦੇ ਵਿੱਚ ਰਹਿਣ। ਸੋ ਬਹੁਤ ਬਹੁਤ ਧੰਨਵਾਦ। ਜੋ ਵੀ ਬੱਚਾ ਯੂਕੇ ਵਿਦਆਊਟ ਆਈਲੈਟਸ ਬਾਹਰ ਜਾਣਾ ਚਾਹੁੰਦਾ ਹੈ, ਉਹ ਸਾਡੇ ਨਾਲ ਰਾਬਤਾ ਕਾਇਮ ਕਰੇ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ 24 ਸਾਲ ਦੀ ਏਜ ਦੇ ਉੱਤੇ ਅਸੀਂ ਯੂਕੇ ਦਾ ਟੂਰਿਸਟ ਵੀਜ਼ਾ ਅਪਰੋਚ ਕਰ ਲਿਆ ਹੈ। ਜ਼ਿਆਦਾਤਰ ਹਮੇਸ਼ਾ ਇਹੀ ਹੁੰਦਾ ਹੈ ਕਿ ਯਾਰ ਬੰਦੇ ਦੀ ਏਜ 24-25 ਸਾਲ ਹੈ, 20 ਤੋਂ 30 ਦੀ ਸਲੈਬ ਦੇ ਵਿੱਚ ਯੂਕੇ ਜਾਂ ਕੋਈ ਵੀ ਅੱਛੀ ਕੰਟਰੀ ਹੈ ਤਾਂ ਸਾਨੂੰ ਟੂਰਿਸਟ ਵੀਜ਼ਾ ਨਹੀਂ ਦਿੰਦੀ। ਸੋ ਅੱਜ ਸਾਡੇ ਨਾਲ ਜਸਪ੍ਰੀਤ ਸਿੰਘ ਹੋਣੀ ਹੈ, ਇਹਨਾਂ ਦਾ ਟੂਰਿਸਟ ਵੀਜ਼ਾ ਆ ਗਿਆ। ਸੋ ਜਸਪ੍ਰੀਤ, ਬਹੁਤ ਬਹੁਤ ਕੰਗ੍ਰੈਚੁਲੇਸ਼ਨਸ। ਤੁਹਾਡਾ ਸਾਡੀ ਕੰਪਨੀ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ? ਇੱਕ ਵਾਰੀ ਸਾਡੇ ਵਿਊਜ਼ ਦੇ ਨਾਲ ਸ਼ੇਅਰ ਕਰਿਓ ਆਪਣਾ ਐਕਸਪੀਰੀਅੰਸ। ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਰ, ਬਹੁਤ ਜਲਦੀ ਵੀਜ਼ਾ ਆ ਗਿਆ ਤੇ ਮੈਂ ਸਾਰਿਆਂ ਨੂੰ ਇਹ ਹੋਪ ਕਰਦਾ ਵੀ ਇੱਥੇ ਜ਼ਰੂਰ ਵਿਜ਼ਿਟ ਕਰੋ ਜੇ ਵੀਜ਼ਾ ਲੈਣਾ ਹੈ। ਜੀ ਬਿਲਕੁਲ। ਐਕਚੁਅਲੀ ਜਿਵੇਂ ਜਸਪ੍ਰੀਤ ਦਾ ਕੀ ਹੈ ਕਿ ਜਿਵੇਂ ਜਸਪ੍ਰੀਤ ਦੀ ਏਜ 24 ਸਾਲ ਦੀ ਹੈ ਤੇ ਇਸੇ ਤਰ੍ਹਾਂ ਦੇ ਕਾਫੀ ਨੰਬਰ ਆਫ ਕੈਂਡੀਡੇਟਸ ਹੈਗੇ ਆ ਜੋ ਬੱਚੇ ਬਾਹਰ ਜਾਣਾ ਚਾਹੁੰਦੇ ਆ ਸਿਰਫ ਟੂਰਿਸਟ ਵੀਜ਼ਾ ਦੇ ਉੱਤੇ, ਬਟ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਓਟ ਹੈ, ਇੱਕ ਡਾਊਟ ਹੈ ਕਿ ਯਾਰ ਇੰਨੀ ਛੋਟੀ ਏਜ ਦੇ ਉੱਤੇ ਸਾਨੂੰ ਵੀਜ਼ਾ ਮਿਲੂਗਾ ਜਾਂ ਨਹੀਂ ਮਿਲੂਗਾ। ਸੋ ਜੋ ਵੀ ਬੰਦਾ ਟੂਰਿਸਟ ਵੀਜ਼ਾ ਦੇ ਉੱਤੇ, ਚਾਹੇ ਕੈਨੇਡਾ ਹੈ, ਚਾਹੇ ਯੂਕੇ ਹੈ, ਚਾਹੇ ਆਸਟ੍ਰੇਲੀਆ, ਕਿਸੇ ਵੀ ਅੱਛੀ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਹੈ, ਇੱਕ ਵਾਰੀ ਸਾਡੇ ਨਾਲ ਜ਼ਰੂਰ ਸੰਪਰਕ ਕਰਨ। ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਅਸੀਂ ਗੁਰਸਿਮਰਨ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਅਚੀਵ ਕਰ ਲਿਆ। ਸੋ ਬਹੁਤ ਬਹੁਤ ਮੁਬਾਰਕਾਂ ਗੁਰਸਿਮਰਨ, ਤੁਹਾਡਾ ਵੀਜ਼ਾ ਆ ਗਿਆ। ਹੁਣ ਗੁਰਸਿਮਰਨ ਦੀ ਪ੍ਰੋਫਾਈਲ ਦੇ ਵਿੱਚ ਕੀ ਸੀ ਕਿ ਇਹਨਾਂ ਦੇ ਬੈਂਡ ਸਕੋਰ ਵੀ ਹੈਗੇ ਆ 6.5 no less than 6 ਹੈ, 2020 ਦੇ ਪਾਸ ਆਊਟ ਹੈ, ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹਨਾਂ ਨੇ, ਔਰ ਸਭ ਤੋਂ ਵੱਡੀ ਗੱਲ ਕਿ ਸਰਕਾਰੀ ਯੂਨੀਵਰਸਿਟੀ ਚੂਜ਼ ਕੀਤੀ ਹੋਈ ਹੈ ਇਹਨਾਂ ਨੇ ਕੈਨੇਡਾ ਦੇ ਵਿੱਚ UCW, ਬਟ ਉਹ ਇੱਕ ਵਾਰ ਰਿਫਿਊਜ਼ ਹੋ ਜਾਂਦੇ ਆ। ਚਲੋ ਫਿਲਹਾਲ ਦੇ ਲਈ ਪਹਿਲੇ ਇਹਨਾਂ ਦੇ ਮੂੰਹ ਜਵਾਨੀ ਸੁਣਦੇ ਆ ਕਿ ਤੁਹਾਡਾ ਐਕਸਪੀਰੀਅੰਸ ਸਾਡੀ ਕੰਪਨੀ ਦੇ ਨਾਲ ਕਿਵੇਂ ਦਾ ਰਿਹਾ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸਿਮਰਨ ਸਿੰਘ। ਪਰ ਕਿਸੇ ਫੋਲਟ ਕਰਕੇ ਮੇਰਾ ਰਿਫਿਊਜ਼ ਹੋ ਗਿਆ। ਮੇਰੇ ਖਿਆਲ ਤੋਂ ਉਹਨਾਂ ਨੇ ਪੂਰੇ ਡਾਕੂਮੈਂਟ ਨਹੀਂ ਅਪਲੋਡ ਕਰਾਏ ਉਹਨੇ। ਫਿਰ ਮੈਂ ਇਹਨਾਂ ਦੀ ਐਡ ਦੇਖੀ ਗੌਰਵ ਤਲਵਾਰ ਸਰ ਦੀ, ਤੇ ਮੈਂ ਇਹਨਾਂ ਕੋਲ ਆਇਆ। ਇਹਨਾਂ ਨੇ ਮੈਨੂੰ ਪੂਰਾ ਪ੍ਰੋਸੈਸ ਸਮਝਾਇਆ ਤੇ ਮੇਰੀ ਪ੍ਰੋਫਾਈਲ ਮੈਨੂੰ ਦੁਬਾਰਾ ਸਮਝਾਈ ਕਿ ਕਿਆ ਕਿਆ ਕਮੀਆਂ ਸੀ। ਇਹਨਾਂ ਨੇ ਉਹ ਸਭ ਮੇਰੇ ਪੂਰੀਆਂ ਕਰਕੇ ਦਈਆਂ ਤੇ ਲੋਅਰ ਤੇ ਵੀਜ਼ਾ ਲਵਾਇਆ ਤੇ ਅੱਜ ਮੇਰਾ 3 ਮਹੀਨੇ ਬਾਅਦ ਵੀਜ਼ਾ ਆ ਗਿਆ ਹੈ। ਜੀ ਬਿਲਕੁਲ। ਕਿਆ ਹੁੰਦਾ ਹੈ ਕਿ ਹਰ ਇੱਕ ਮਾਂ-ਬਾਪ ਦਾ ਬੱਚੇ ਦਾ ਕੀ ਕੰਸਰਨ ਹੁੰਦਾ ਹੈ ਕਿ ਜਦੋਂ ਬੱਚੇ ਨੇ ਬੈਂਡ ਵੀ ਲੈ ਲਏ, ਬੱਚਾ ਹਾਰਡ ਵਰਕਿੰਗ ਹੈ, ਬੱਚੇ ਦੀ ਪਰਸੈਂਟੇਜ ਵੀ ਵਧੀਆ ਹੈ, ਬੈਂਡ ਸਕੋਰ ਵੀ ਵਧੀਆ ਹੈ, ਬਟ ਮਾੜੀ ਕਿਸਮਤ ਕਰਕੇ ਬੱਚਾ ਰਿਫਿਊਜ਼ ਹੋ ਜਾਂਦਾ ਹੈ। ਤੇ ਕਈ ਵਾਰੀ ਕੀ ਹੁੰਦਾ ਕਿ ਜਿੰਨੇ ਵੀ ਆਪਣੇ ਪੰਜਾਬ ਹਰਿਆਣਾ ਜਿੰਨੇ ਵੀ ਬੱਚੇ ਆ ਸਾਰੇ ਇੱਕ ਮਿਡਲ ਕਲਾਸ ਤੋਂ ਬਿਲੋਂਗ ਕਰਦੇ ਆ, ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ। ਤੇ ਕਿਆ ਹੁੰਦਾ ਜਦੋਂ ਇੱਕ ਵਾਰ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਨਾ ਤੇ ਬੱਚੇ ਦੇ ਵਿੱਚ ਕਹਿ ਲਓ ਕਿ ਇੱਕ ਮੈਂਟਲੀ ਹਰਾਸਮੈਂਟ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ 4 ਸਾਲ ਦੇ ਸਟੱਡੀ ਗੈਪ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਅਪਰੋਚ ਕਰ ਲਿਆ। ਸੋ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਰਾਜਵੀਰ ਜੀ, ਇਹਨਾਂ ਦਾ ਵੀਜ਼ਾ ਆ ਗਿਆ ਕੈਨੇਡਾ ਦਾ। ਸੋ ਮੈਮ, ਤੁਹਾਡਾ ਸਾਡੀ ਕੰਪਨੀ ਦੇ ਨਾਲ ਕਿਵੇਂ ਦਾ ਐਕਸਪੀਰੀਅੰਸ ਰਿਹਾ ਸਾਡੇ ਵਿਊਅਰਸ ਨਾਲ ਸ਼ੇਅਰ ਕਰਿਓ। ਇਸ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਐਕਚੁਅਲ ਸਟਾਫ ਬਹੁਤ ਸਪੋਰਟਿਵ ਰਿਹਾ, ਇਹਨਾਂ ਨੇ ਬਹੁਤ ਹੈਲਪ ਕੀਤੀ। ਮੈਨੂੰ ਰੈਫਰੈਂਸ ਮਿਲਿਆ ਸੀ ਕਿਸੇ ਹੋਰ ਤੋਂ, ਇੱਥੋਂ ਦੀ ਇਮੀਗ੍ਰੇਸ਼ਨ ਆਫਿਸ ਦਾ, ਤੇ ਇਹਨਾਂ ਨੇ ਬਹੁਤ ਹੈਲਪ ਕੀਤੀ ਆ। ਸੋ ਇਹਨਾਂ ਨੂੰ ਮੈਂ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਹਾਂ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਐਕਚੁਅਲੀ ਕੀ ਹੁੰਦਾ ਹੈ ਕਿ ਜਦੋਂ ਨਾ ਐਕਚੁਅਲੀ ਕੀ ਸੀ ਇਹਨਾਂ ਦੇ ਨਾ ਰੈਫਰੈਂਸ ਕਲਾਇੰਟ ਸੀ ਜੋ ਇਹਨਾਂ ਦੇ ਨਾਉਂਸ ਇਕੱਠੇ ਕੰਮ ਕਰਦੇ ਆ ਤੇ ਉਹਨਾਂ ਦਾ ਸਾਡੇ ਨਾ 2-4 ਵੀਜ਼ੇ ਲੱਗੇ ਹੋਏ ਸੀ ਤੇ ਹੁਣੇ 2-4 ਦਿਨ ਤੁਸੀਂ ਸਾਡੀ ਪਿਛਲੀ ਵੀਡੀਓ ਵਿੱਚ ਵੀ ਦੇਖਿਆ ਹੋਊਗਾ ਕਿ ਲਵਪ੍ਰੀਤ ਸਿੰਘ ਦਾ ਅਸੀਂ ਡਿਪੈਂਡੈਂਟ ਵੀਜ਼ਾ ਕੀਤਾ ਸੀ ਤੇ ਉਹਨਾਂ ਦੇ ਰੈਫਰੈਂਸ ਤੇ ਇਹ ਸਾਡੇ ਕੋਲ ਆਉਂਦੇ ਆ। ਤੇ ਕੀ ਹੁੰਦਾ ਹੈ ਕਿ ਨਾ ਇੱਕ ਏਜੰਟ ਤੇ ਕਲਾਇੰਟ ਦਾ ਰਿਸ਼ਤਾ ਕੀ ਹੁੰਦਾ ਕਿ ਜਦੋਂ ਇੱਕ ਬੰਦੇ ਦਾ ਵੀਜ਼ਾ ਆ ਜਾਂਦਾ ਨਾ ਤਾਂ ਉਹਦਾ ਉੱਥੇ ਇੱਕ ਵਿਸ਼ਵਾਸ ਬਣ ਜਾਂਦਾ ਤੇ ਡੈਫੀਨਿਟਲੀ ਇਹ ਸਾਡੇ ਕੋਲ ਆਉਂਦੇ ਵੈਲਿਡ ਕਰਦੇ ਕਿ ਯਾਰ ਅਸੀਂ 2017 ਪਾਸ ਆਊਟ ਆ। ਨੋ ਡਾਊਟ ਸਾਡੇ ਬੈਂਡ ਸਕੋਰ 6.5 1 ਚੋਂ 6 ਹੈ, ਬਟ 4 ਸਾਲ ਦਾ ਗੈਪ ਹੈ, ਕਿਤੇ ਗੈਪ ਕਰਕੇ ਅਸੀਂ ਰਿਫਿਊਜ਼ ਤਾਂ ਨਹੀਂ ਹੋ ਜਾਾਂਗੇ। ਸੋ ਮਹਾਰਾਜ ਨੇ ਮੇਰੀ ਵੀ ਲਾਜ ਰੱਖੀ ਤੇ ਅੱਜ ਇਹਨਾਂ ਦਾ ਵੀਜ਼ਾ ਆ ਗਿਆ। ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਤੁਸੀਂ ਉੱਥੇ ਜਾ ਕੇ ਆਪਣੇ ਕੈਰੀਅਰ ਨੂੰ ਵਧੀਆ ਅਪਰੋਚ ਕਰੋ। ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।